ठिकर फोर दलीस सिर प्रापुर किया प्यान, तेक बहादुर सी किरिया करी न किन्हू आन। तेक बहादुर के चलत भयो जगत को सोग, है सब जग पयो जय 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 सुरलोक। गुरु की प्यारी साध संगत जीओ, सतगुरु पातशाह की बख्शी हुई फतेह प्रवान करना। वाहिगुरु जी का खालसा, वाहिगुरु जी की फतेह। साहब श्री गुरु तेग बहादुर साहब जी के शहीदी दिहाड़े नूं समर्पित पीटीसी की एक खास पेशकश, बंदगी तो शहादत तक का सफ़र। गुरु की प्यारी साध संगत जीओ, यह सफ़र शुरुआत करने का साडा इक्को एक मंतव कि असीं अपनी नौजवान पनीरी नूं, समूह संगतां नूं गुरु तेग बहादुर साहब जी के जीवन, सिद्धांत, इतिहास ਅਤੇ ਉਹਨਾਂ पावन पवित्र ਸਥਾਨਾਂ ਤੋਂ ਜਾਣੂ ਕਰਵਾ ਸਕੀਏ ਜਿਨ੍ਹਾਂ ਨੂੰ ਅਸੀਂ ਆਪਣੇ ਜ਼ਹਿਨ ਵਿੱਚੋਂ ਭੁਲਾਉਂਦੇ ਜਾ ਰਹੇ ਹਾਂ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਜਗਤ ਵਿੱਚ ਮਨਾਇਆ ਜਾਵੇਗਾ। ਸੋ ਪੀਟੀਸੀ ਨੇ ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ, ਜਿਹੜੀ ਲੜੀ ਆਰੰਭ ਕਰਨ ਜਾ ਰਹੇ ਹਾਂ, ਜਿਹੜਾ ਸਫ਼ਰ ਆਰੰਭ ਕਰਨ ਜਾ ਰਹੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਗੁਰੂ ਕਾ ਮਹਿਲ ਸ਼੍ਰੀ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੱਕ ਇਹ ਸਫ਼ਰ ਜਾਰੀ ਰਹੇਗਾ। आओ सब तो पहले दर्शन करते हैं गुरु का महल श्री अमृतसर साहब दे। शीस दिया पर सिर न दिया, शीस दिया पर सिर न दिया। धर्म हेत साका दिन किया, धर्म हेत साका दिन किया। शीस दिया पर सिर न दिया, शीस दिया पर सिर न दिया। ਧੰਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਾਜਿਆ ਨਿਰਮਲ ਪੰਥ, ਜਿਸ ਨੂੰ ਸਮੁੱਚੀ ਮਾਨਵਤਾ ਦਾ ਸਾਂਝਾ ਧਰਮ ਕਿਹਾ ਜਾਂਦਾ ਹੈ, ਜਿਸ ਧਰਮ ਦਾ ਬਹੁਤ ਹੀ ਪਿਆਰਾ ਹੋਕਾ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੰਨਾ ਹੀ ਨਹੀਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ। ਇਸ ਦਾ ਸਿਧਾਂਤ ਸਮੁੱਚੀ ਮਾਨਵਤਾ ਦੇ ਸਾਹਮਣੇ ਜਗ ਜ਼ਾਹਰ ਹੈ। ਤਿਲਕ ਜੰਜੂ राखा प्रभुता का, तिलक जंजू राखा प्रभुता का। कीनो बटो कलू मैं साका, जी हाँ, ਇਹ ਸਿਧਾਂਤ ਕੇਵਲ ਆਪਣੇ ਤੱਕ ਹੀ ਸੀਮਤ ਨਹੀਂ, ਸਗੋਂ ਦੂਸਰਿਆਂ ਦੇ ਧਰਮ ਸਿਧਾਂਤ ਨੂੰ ਬਚਾਉਣ ਦੀ ਖਾਤਰ, ਉਹਨਾਂ ਦੀ ਆਜ਼ਾਦੀ ਕਾਇਮ ਰੱਖਣ ਦੇ ਲਈ ਗੁਰੂ ਸਾਹਿਬਾਨਾਂ ਵੱਲੋਂ ਆਪਣਾ ਆਪ ਕੁਰਬਾਨ ਕਰ ਦੇਣਾ, ਇਹ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿਧਾਂਤ ਸਿਖਾਉਂਦੇ ਹਨ। ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ साका जिन किया। शीस दिया पर सिर न दिया, शीस दिया पर सिर न दिया। ਅੱਜ ਜੋ ਇਤਿਹਾਸਕ ਸਫ਼ਰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਦੇ 9ਵੇਂ ਜਾਮੇ ਦੇ ਮਾਲਕ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੀਟੀਸੀ ਦੀ ਇੱਕ ਖਾਸ ਪੇਸ਼ਕਸ਼, ਬੰਦਗੀ ਤੋਂ ਸ਼ਹਾਦਤ ਤੱਕ ਦਾ ਸਫ਼ਰ। ਇਸ ਸਫ਼ਰ ਦੇ ਦੌਰਾਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਸੰਪੂਰਨ ਇਤਿਹਾਸ ਅਤੇ ਉਹਨਾਂ ਪਵਿੱਤਰ ਸਥਾਨਾਂ ਦੇ ਦਰਸ਼ਨ, ਜਿਨ੍ਹਾਂ ਸਥਾਨਾਂ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾਏ। आओ करिए शुरुआत इस ऐतिहासिक सफर दी। साधन हेत
ਗੁਰਬਾਣੀ ਦਾ ਬੜਾ ਸੋਹਣਾ ਫਰਮਾਨ ਹੈ, ਸਤ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਏ। ਉਹ ਧਰਤੀ ਕਿੰਨੇ ਭਾਗਾਂ ਵਾਲੀ ਹੈ ਜਿੱਥੇ ਮੇਰੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਜੀ ਹਾਂ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਸਨ 1621 ਈਸਵੀ ਨੂੰ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਤਾ ਨਾਨਕੀ ਜੀ ਦੀ ਗ੍ਰਹਿ ਵਿਖੇ ਹੋਇਆ। ਉਹ ਘਰ ਜਿੱਥੇ ਕਦੇ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ ਆਪਣਾ ਨਿਵਾਸ ਰੱਖਦੇ ਰਹੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਗੁਰੂ ਕੇ ਬਾਜ਼ਾਰ ਵਿੱਚ ਸਥਿਤ ਪਾਵਨ ਪਵਿੱਤਰ ਸਥਾਨ, ਜਿਸ ਦੇ ਅਸੀਂ ਦਰਸ਼ਨ ਕਰ ਰਹੇ ਹਾਂ, ਗੁਰਦੁਆਰਾ ਸ੍ਰੀ ਗੁਰੂ ਕੇ ਮਹਿਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਵਿੱਚ ਸਭ ਤੋਂ ਛੋਟੇ ਸਪੁੱਤਰ ਸਨ। ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਅਤੇ ਇੱਕ ਸਪੁੱਤਰੀ ਬੀਬੀ ਵੀਰੋ ਜੀ ਪਹਿਲਾਂ ਹੀ ਘਰ ਵਿੱਚ ਮੌਜੂਦ ਹਨ। ਕੁਝ ਇਤਿਹਾਸਕ ਸਰੋਤਾਂ ਦੇ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਪਨ ਦਾ ਨਾਮ ਤਿਆਗਮਲ ਦੱਸਿਆ ਗਿਆ ਹੈ। ਕਰਤਾਰਪੁਰ ਦੀ ਧਰਤੀ ਤੇ ਜਦੋਂ ਮੈਦਾਨੇ ਜੰਗ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇਗ ਚਲਾਈ, ਭਾਵ ਤੇਗ ਦੇ ਜੋੜ ਦਿਖਾਏ, ਤਾਂ ਉਹਨਾਂ ਦੀ ਬਹਾਦਰੀ ਨੂੰ ਵੇਖ ਕੇ ਉਹਨਾਂ ਦਾ ਨਾਮ ਉਹਨਾਂ ਦੇ ਪਿਤਾ ਨੇ ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ। ਅਰਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਬਚਪਨ ਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਹੁਤ ਸ਼ਾਂਤ ਅਤੇ ਅਡੋਲ ਸੁਭਾਅ ਦੇ ਮਾਲਕ ਸਨ। ਹਮੇਸ਼ਾ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿਣਾ, ਸੰਗਤ ਵਿੱਚ ਬੈਠਣਾ, ਬਾਣੀ ਪੜ੍ਹਨੀ, ਬਾਣੀ ਸੁਣਨੀ ਅਤੇ ਸੇਵਾ ਕਰਨੀ ਗੁਰੂ ਸਾਹਿਬ ਦਾ ਨਿੱਤ ਦਾ ਨੇਮ ਸੀ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਸਤਰ ਤੇ ਸ਼ਾਸਤਰ ਵਿਦਿਆ ਲਈ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਬਾਣੀ ਦੀ ਸੰਥਿਆ ਅਤੇ ਗੁਰਮਤਿ ਦੇ ਸਿਧਾਂਤਾਂ ਤੋਂ ਜਾਣੂ ਕਰਵਾਇਆ। ਬਚਪਨ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਘੋੜਸਵਾਰੀ, ਤੀਰ ਅੰਦਾਜ਼ੀ ਅਤੇ ਤਲਵਾਰ ਚਲਾਉਣ ਦੀ ਮੁਹਾਰਤ ਹਾਸਲ ਕਰ ਲਈ ਸੀ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਬਚਪਨ ਦਾ ਸਮਾਂ ਬਤੀਤ ਕੀਤਾ। ਸਮਾਂ ਬੀਤਦਾ ਗਿਆ, ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਾਤਾ ਜੀ ਦੇ ਨਾਲ ਸਮਾਂ ਪਾ ਕੇ ਬਾਬਾ ਬਕਾਲਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਚਲੇ ਗਏ। ਉੱਥੇ ਜਾ ਕੇ ਵੀ ਪ੍ਰਮਾਤਮਾ ਦੀ ਇਬਾਦਤ ਵਿੱਚ ਜੁੜੇ ਰਹਿਣਾ, ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਨਿੱਤ ਦਾ ਨੇਮ ਸੀ। ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ, ਸਿਰ ਨਾ ਦਿਆ, ਸਿਰ ਨਾ ਦਿਆ। ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ, ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਜੀ ਹਾਂ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੀਟੀਸੀ ਵੱਲੋਂ ਇਹ ਨਿਮਾਣਾ ਜਿਹਾ ਯਤਨ, ਬੰਦਗੀ ਤੋਂ ਸ਼ਹਾਦਤ ਤੱਕ ਦਾ ਸਫ਼ਰ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਸਫ਼ਰ ਸ਼ੁਰੂ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਸਥਾਨ ਗੁਰੂ ਕਾ ਮਹਿਲ ਤੋਂ ਬਾਅਦ ਬੰਦਗੀ ਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ। ਜੀ ਹਾਂ, ਅੱਜ ਪਹੁੰਚੇ ਹਾਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਪਟਿਆਲਾ ਦੀ ਧਰਤੀ ਤੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿੱਚ। ਗੁਰੂ
ਕੀ ਪਿਆਰੀ ਸਾਧ ਸੰਗਤ ਜੀਓ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੁਨੀਆ ਦੇ ਵਿੱਚ ਇੱਕ ਅਨੋਖੀ ਸ਼ਹਾਦਤ ਹੈ। ਇਹ ਸਫ਼ਰ ਅਸੀਂ ਤਾਂ ਸ਼ੁਰੂ ਕੀਤਾ ਹੈ ਤਾਂ ਜੋ ਸਾਡੀਆਂ ਸੰਗਤਾਂ ਨੂੰ, ਸਾਡੀ ਆਉਣ ਵਾਲੀ ਪਨੀਰੀ ਨੂੰ ਉਹਨਾਂ ਪਾਵਨ ਪਵਿੱਤਰ ਅਸਥਾਨਾਂ ਬਾਰੇ ਪਤਾ ਲੱਗ ਸਕੇ। ਉਹਨਾਂ ਸਥਾਨਾਂ ਦਾ ਇਤਿਹਾਸ ਕੀ ਹੈ, ਜਿੱਥੇ ਜਿੱਥੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮੁਬਾਰਕ ਚੰਨ ਪਾਏ। ਬੰਦਗੀ ਤੋਂ ਸ਼ੁਰੂ ਕੀਤਾ, ਜਨਮ ਤੋਂ ਸ਼ੁਰੂ ਕੀਤਾ ਇਹ ਸਫ਼ਰ ਅੱਜ ਪੜਾ ਪਹੁੰਚਿਆ ਹੈ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਵਿੱਚ। ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲੇ ਦਾ ਕੀ ਇਤਿਹਾਸ ਹੈ, ਇਹ ਜਾਣਨ ਦੇ ਲਈ ਆਪਾਂ ਗੱਲਬਾਤ ਕਰਾਂਗੇ ਸਾਡੇ ਅਤੀ ਸਤਿਕਾਰਯੋਗ ਇਸ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਹੈੱਡ ਗ੍ਰੰਥੀ ਪਾਸੋਂ। ਆਓ ਚੱਲਦੇ ਹਾਂ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਪਾਵਨ ਪਵਿੱਤਰ ਇਤਿਹਾਸ ਬਾਰੇ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬਟੋ ਕਲੂ ਮੈਂ ਸਾਕਾ, ਕੀਨੋ ਬਟੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀਟੀਸੀ ਸਿਮਰਨ ਵੱਲੋਂ ਸ਼ੁਰੂ ਕੀਤੇ ਗਏ ਬੰਦਗੀ ਤੋਂ ਸ਼ਹਾਦਤ ਤੱਕ ਸਫ਼ਰ, ਉਹਦੇ ਦੌਰਾਨ ਅੱਜ ਪੜਾਅ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲੇ ਵਿਖੇ ਪਹੁੰਚਿਆ ਹੈ। ਇਹ ਉਹ ਪਾਵਨ ਪਵਿੱਤਰ ਇਤਿਹਾਸਕ ਸਥਾਨ ਹੈ ਜਿਸ ਸਥਾਨ ਤੇ ਗੁਰਦੇਵ ਨੌਵੇਂ ਪਾਤਸ਼ਾਹ ਜਿਸ ਵਕਤ ਸ਼ਹਾਦਤ ਦੇਣ ਵਾਸਤੇ ਦਿੱਲੀ ਜਾ ਰਹੇ ਸਨ, ਤਾਂ ਸੈਫਾਬਾਦ, ਜਿਹਨੂੰ ਅੱਜ ਕੱਲ੍ਹ ਬਹਾਦਰਗੜ੍ਹ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸ ਸਥਾਨ ਤੇ ਗੁਰਦੇਵ ਨੇ ਚੁਮਾਸੇ ਦੇ ਦਿਨ ਬਤੀਤ ਕੀਤੇ ਸਨ। ਪਟਿਆਲਾ ਸ਼ਹਿਰ ਉਸ ਵੇਲੇ ਨਹੀਂ ਸੀ ਵਸਿਆ ਜਿੱਥੇ ਅਸੀਂ ਖੜੇ ਹਾਂ। ਇੱਥੇ ਲਹਿਲ ਪਿੰਡ ਸੀਗਾ। ਲਹਿਲ ਪਿੰਡ ਦੇ ਇੱਕ ਸੇਵਕ ਭਾਈ ਭਾਗ ਰਾਮ ਝੀਵਰ ਨੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਨਗਰ ਵਿੱਚ ਆਪ ਜੀ ਚਰਨ ਪਾਓ। ਭਾਗ ਰਾਮ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਬਸੰਤ ਪੰਚਮੀ ਵਾਲੇ ਦਿਨ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਥਾਨ ਤੇ ਆਏ, ਧਰਤੀ ਨੂੰ ਭਾਗ ਲਾਏ। ਬੇਨਤੀ ਕੀਤੀ ਭਾਗ ਰਾਮ ਜੀ ਨੇ ਕਿ ਸਾਡੇ ਨਗਰ ਵਿੱਚੋਂ ਬਿਮਾਰੀ ਨਹੀਂ ਜਾਂਦੀ ਮਹਾਰਾਜ। ਸਤਿਗੁਰੂ ਜੀ ਨੇ ਸਰੋਵਰ ਵਿੱਚ ਆਪਣੇ ਚਰਨ ਪਾ ਕੇ ਹੁਕਮ ਕੀਤਾ, ਜਿਹੜਾ ਕੋਈ ਮਾਈ ਭਾਈ ਸਰੋਵਰ 'ਚ ਇਸ਼ਨਾਨ ਕਰੇਗਾ ਤਿਸ ਦੀ ਦੁੱਖ ਦੀ ਨਿਵਰਤੀ ਹੋਵੇਗੀ। ਕਰਮਾਂ ਦੇਈ ਨਾਮ ਦੀ ਖਤਰਾਣੀ ਨੇ ਬੇਨਤੀ ਕੀਤੀ, ਮਹਾਰਾਜ ਅਠਰਾਹੇ ਨਾਲ ਬੱਚੇ ਸ਼ਾਂਤ ਹੋ ਜਾਂਦੇ ਹਨ। ਗੁਰਦੇਵ ਨੇ ਬਚਨ ਕੀਤਾ, ਇਸ ਸਰੋਵਰ 'ਚ ਇਸ਼ਨਾਨ ਕਰਨ ਵਾਲਿਆਂ ਨੂੰ ਅਠਰਾਹੇ ਦੀ ਬਿਮਾਰੀ ਨਹੀਂ ਵਿਆਪੇਗੀ ਔਰ ਇੱਥੇ ਲੰਗਰ ਚਲਾਓ। ਨਾਲ ਬੇਨਤੀ ਕੀਤੀ, ਮਹਾਰਾਜ ਇੱਥੇ ਆਬਾਦੀ ਨਹੀਂ ਹੁੰਦੀ। ਤੋ ਗਰੀਬ ਨਵਾਜ ਪਾਤਸ਼ਾਹ ਨੇ ਬਚਨ ਕੀਤਾ, ਆਬਾਦੀ ਘੁੱਕ ਵਸੇਗੀ, ਸਿੱਖਾਂ ਦੀ ਉੱਘੀ ਰਾਜਧਾਨੀ ਹੋਵੇਗੀ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਨਾਲੇ ਪਟਿਆਲਾ ਸ਼ਹਿਰ ਵਸਿਆ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਫਰਮਾਇਆ, ਬਸੰਤ ਪੰਚਮੀ ਵਾਲੇ ਦਿਨ ਜਿਹੜਾ ਕੋਈ ਮਾਈ ਭਾਈ ਇਸ ਸਥਾਨ ਤੇ ਆ ਕੇ ਹਾਜ਼ਰੀ ਭਰੇਗਾ, ਇਸ਼ਨਾਨ ਕਰੇਗਾ, ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰੇਗਾ ਔਰ ਗੁਰੂ ਉਪਦੇਸ਼ ਨੂੰ ਸੁਣ ਕੇ ਧਾਰਨ ਕਰੇਗਾ, ਉਹਦੇ 68 ਤੀਰਥਾਂ ਦੇ ਇਸ਼ਨਾਨ ਦਾ ਉਸ ਨੂੰ ਮਹਾਤਮ ਪ੍ਰਾਪਤ ਹੋਵੇਗਾ ਔਰ ਉਸ ਦੇ ਸਮੂਹ ਰੋਗਾਂ, ਸੋਗਾਂ ਤੇ ਦੁੱਖਾਂ ਦੀ ਨਿਵਰਤੀ ਹੋਵੇਗੀ। ਇਸੇ ਤਰ੍ਹਾਂ ਹੀ ਪਟਿਆਲੇ ਸ਼ਹਿਰ ਵਿੱਚ ਦੂਸਰਾ ਸਥਾਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਦੁਆਰਾ ਮੋਤੀ ਬਾਗ ਸਾਹਿਬ ਹੈ। ਉੱਥੇ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਰਨ ਪਾਏ। ਚਰਨ ਪਾ ਕੇ ਉੱਥੋਂ ਹੀ ਗਰੀਬ ਨਵਾਜ ਪਾਤਸ਼ਾਹ ਜੀ ਸਮਾਣੇ ਨੂੰ ਰਵਾਨਾ ਸ਼ਹਾਦਤ ਦੇਣ ਵਾਸਤੇ ਗਏ ਸਨ। ਸਮਾਣੇ ਨੂੰ ਗਏ, ਸਮਾਣੇ ਤੋਂ ਚਲਦਿਆਂ ਚਲਦਿਆਂ ਅੱਗੇ ਪੜਾਅ ਦਰ ਪੜਾਅ ਦਿੱਲੀ ਪਹੁੰਚੇ, ਜੋ ਆਉਣ ਵਾਲੇ ਸਮੇਂ ਵਿੱਚ ਪੀਟੀਸੀ ਸਿਮਰਨ ਦੁਆਰਾ ਚੱਲ ਰਹੇ ਬੰਦਗੀ ਤੋਂ ਸ਼ਹਾਦਤ ਤੱਕ ਦੇ ਸਫ਼ਰ ਦੇ ਦੌਰਾਨ ਉਹਨਾਂ ਸਥਾਨਾਂ ਦੇ ਤੁਸੀਂ ਦਰਸ਼ਨ ਦਿਦਾਰੇ ਕਰੋਗੇ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਨਾਲ ਇੱਥੇ ਅੱਜ ਵੀ ਬਸੰਤ ਪੰਚਮੀ ਦਾ ਵਿਸ਼ਾਲ ਜੋੜ ਮੇਲ ਲੱਗਦਾ ਹੈ। ਬੇਅੰਤ ਸੰਗਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਹਾਜ਼ਰੀਆਂ ਭਰਦੀਆਂ ਹਨ ਔਰ ਮਹੀਨਾਵਾਰੀ ਸਮਾਗਮ
ਜੋ ਪੰਚਮੀ ਦਾ ਇਸ ਸਥਾਨ ਤੇ ਨੌਵੇਂ ਪਾਤਸ਼ਾਹ ਜੀ ਦੀ ਯਾਦ ਨਾਲ ਮਨਾਇਆ ਜਾਂਦਾ ਹੈ। ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦਾ ਇਹ ਮਹਾਨ ਕੇਂਦਰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਥਾਨ ਦਾ ਚੱਲ ਰਿਹਾ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਓ ਇਹਨਾਂ ਪਾਵਨ ਸਥਾਨਾਂ ਦੀ ਯਾਤਰਾ ਕਰੀਏ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਬੜੇ ਸੋਹਣੇ ਢੰਗ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਦੇ ਹੈੱਡ ਗ੍ਰੰਥੀ ਪਾਸੋਂ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ। ਜੀ ਹਾਂ, ਸੱਚਮੁੱਚ ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾਏ। ਇੱਥੇ ਸੰਗਤਾਂ ਨੂੰ ਇਹ ਵੀ ਦੱਸ ਦਈਏ ਕਿ ਗੁਰੂ ਸਾਹਿਬਾਨ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਬੜੇ ਹੀ ਜਾਓ ਜਲਾਲ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਤੇ ਮਨਾਇਆ ਜਾਂਦਾ ਹੈ। ਜੇਕਰ ਗੱਲ ਕੀਤੀ ਜਾਵੇ ਪਟਿਆਲਾ ਸ਼ਹਿਰ ਦੀ, ਪਟਿਆਲਾ ਦੀ ਧਰਤੀ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਉਹਨਾਂ ਦੀ ਆਮਦ ਤੇ ਇੱਥੇ 3 ਗੁਰੂ ਘਰ ਸਥਾਪਿਤ ਨੇ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਜਿਸ ਦੇ ਤੁਸੀਂ ਦਰਸ਼ਨ ਦੀਦਾਰ ਕਰ ਰਹੇ ਹੋ। ਇਸ ਤੋਂ ਉਪਰੰਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਮੋਤੀ ਬਾਗ ਸਾਹਿਬ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ, ਉਹਦਾ ਦੇ ਵੀ ਦੀਦਾਰ ਵੀ ਆਪ ਜੀ ਨੂੰ ਕਰਵਾਏ ਜਾਣਗੇ। साका दिन किया धर्म हेत, साका दिन किया शीस दिया पर सिर न दिया, शीस दिया पर सिर न दिया। साधन हेत इति जिन करी, साधन हेत इति जिन करी, शीस दिया पर सीना उचरी, पर सीना उचरी, धर्म हेत साका दिन किया, धर्म हेत साका दिन किया, शीस दिया पर सिर न दी। जो तो प्रेम खिलन का चाओ, सिर धर तली गली मेरी आओ, इत मार्ग पैर तरीजै, सिर दीजै कान न कीजै। गुरु की प्यारी साध संगत जीओ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੰਦਗੀ ਤੋਂ ਸ਼ਹਾਦਤ ਤੱਕ ਦੇ ਸਫ਼ਰ ਵਿੱਚ ਹੁਣ ਪਹੁੰਚ ਚੁੱਕੇ ਹਾਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਪਟਿਆਲਾ ਸ਼ਹਿਰ ਦੇ ਵਿੱਚ ਮੌਜੂਦ ਬਹਾਦਰਗੜ੍ਹ ਦਾ ਪਾਵਨ ਪਵਿੱਤਰ ਸਥਾਨ, ਜਿਹਨੂੰ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਜੀ ਹਾਂ, ਗੁਰੂ ਸਾਹਿਬ ਦੀ ਯਾਦ ਵਿੱਚ ਇੱਥੇ ਇੱਕ ਬੜਾ ਹੀ ਸੁੰਦਰ ਬਾਗ ਸੁਸ਼ੋਭਿਤ ਹੈ। ਜਦੋਂ ਅਸੀਂ ਇਸ ਪਾਵਨ ਪਵਿੱਤਰ ਸਥਾਨ ਬਾਰੇ ਗੱਲ ਕਰਦੇ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆਨੰਦਪੁਰ ਤੋਂ ਆਪਣੀ ਸ਼ਹਾਦਤ ਦੇਣ ਵਾਸਤੇ, ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਆਗਰੇ ਪਹੁੰਚਦੇ ਨੇ, ਆਪਣੀ ਗ੍ਰਿਫਤਾਰੀ ਦਿੰਦੇ ਨੇ, ਉਸ ਸਫ਼ਰ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਇਸ ਪਾਵਨ ਪਵਿੱਤਰ ਸਥਾਨ ਤੇ ਆਏ ਸਨ ਤੇ ਆਪਣੇ ਮੁਬਾਰਕ ਚਰਨ ਪਾਏ ਸਨ। ਗੁਰੂ ਸਾਹਿਬ ਦੀ ਯਾਦ ਵਿੱਚ ਅੱਜ ਵੀ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਨੇ, ਨਤਮਸਤਕ ਹੁੰਦੀਆਂ ਨੇ। साका दिन किया धर्म हेत, साका दिन किया शीस दिया पर सिर न दिया, शीस दिया पर सिर न दिया। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ 3 ਮਹੀਨੇ 2 ਦਿਨ ਰਹਿ ਕਰਕੇ ਇਸ ਧਰਤੀ ਨੂੰ ਭਾਗ ਲਾਏ। ਸਤਿਗੁਰੂ ਪਾਤਸ਼ਾਹ ਜੀ ਜਦੋਂ ਪਹਿਲੀ ਵਾਰ ਇਸ ਪਾਵਨ ਸਥਾਨ ਤੇ ਆਏ, ਅਸੂ ਬਿਕਰਮੀ ਸੰਮਤ 1722 ਦੇ ਵਿੱਚ ਤਕਰੀਬਨ 300 ਦੇ ਕਰੀਬ ਸਿੱਖਾਂ ਦੇ ਜਥੇ ਦੇ ਸਮੇਤ ਬੇਬੇ ਨਾਨਕੀ ਜੀ, ਰਬਾਬੀ ਜਥਾ ਭਾਈ ਰੱਥੂ ਰਾਮ ਜੀ ਦੇ ਨਾਲ ਸਤਿਗੁਰੂ ਪਾਤਸ਼ਾਹ ਇਸ ਪਾਵਨ ਸਥਾਨਾਂ ਤੇ ਡੇਰੇ ਕੀਤੇ
ਅਤੇ ਇਸ ਇਲਾਕੇ ਨੂੰ ਤਾਰਦੇ ਹੋਏ ਸਤਿਗੁਰਾਂ ਨੇ ਉਪਦੇਸ਼ ਦੇ ਕੇ ਇਸ ਅਗਲੇ ਪੜਾਵਾਂ ਵੱਲ ਚਾਲੇ ਪਾਏ। ਦੂਸਰੀ ਵਾਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ ਕਰਕੇ ਇਸ ਪਾਵਨ ਸਥਾਨ ਤੇ ਪੰਚਵਟੀ ਬਾਗ ਦੇ ਵਿੱਚ ਆ ਕੇ ਡੇਰਾ ਕੀਤਾ, ਜਿੱਥੇ ਬੜਾ ਹੀ ਰਮਣੀਕ ਸਥਾਨ ਦੇਖੇ ਸਤਿਗੁਰੂ ਜੀ ਨੇ ਇਸ ਪਾਵਨ ਸਥਾਨ ਤੇ ਡੇਰਾ ਕੀਤਾ ਅਤੇ 3 ਮਹੀਨੇ 2 ਦਿਨ ਰਹਿ ਕਰਕੇ ਚਮਾਸਾ ਕੱਟਿਆ ਅਤੇ ਆਸੇ-ਪਾਸੇ ਦੇ ਸਾਰੇ ਨਗਰਾਂ ਦੇ ਵਿੱਚ ਹੁੰਦੇ ਹੋਏ ਉਪਦੇਸ਼ ਦੇ ਕਰਕੇ ਇਸ ਪਾਵਨ ਧਰਤੀ ਨੂੰ ਭਾਗ ਲਾਏ। ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ, ਧਰਮ ਹੇਤ ਸਾਕਾ ਦਿਨ ਕੀਆ, धर्म हेत साका दिन किया, शीस दिया पर सिर न दिया, शीस दिया पर सिर न दिया। गुरु की प्यारी साध संगत जीओ, अज असीं पहुंचे हाँ धन साहिब श्री गुरु तेग बहादुर साहब जी के पावन पवित्र ਅਤੇ मुबारक स्थान गुरुद्वारा दुख निवारण गुरु का ताल आगरा विखे। जी हाँ, इस गुरु घर दे विच धन साहिब श्री गुरु तेग बहादुर साहब जी ने लंबा समा बैठ के बंदगी की। इन्ना ही नहीं, इत्थों ही गुरु साहब ने अपनी गिरफ्तारी दी ਅਤੇ गुरु साहब ਨੂੰ गिरफ्तार करके दिल्ली ਵੱਲ ਲਿਜਾਇਆ ਗਿਆ। इस गुरु घर ਦਾ ਹੋਰ ਸੰਪੂਰਨ ਇਤਿਹਾਸ ਕੀ ਹੈ ਅਤੇ ਕਿਹੜੇ-ਕਿਹੜੇ ਸਥਾਨ इस गुरु घर विच गुरु साहब के नाल सुशोभित हैं, आओ जानने की कोशिश करते हैं। इत्थे सेवा निभा रहे साडे अति सत्कारयोग सिंह साहबान पासों। शीस दिया पर सीना उचरी, धर्म हेत साका दिन किया, धर्म हेत साका दिन किया, शीस दिया पर सिर न दिया, शीस दिया पर सिर न दिया। आप दर्शन कर रहे हो गुरुद्वारा गुरु का ताल मंजी साहिब। इस जगह ते साध संगत जी जो सामने पेंटिंग है, फोटो है, दर्शन कर रहे हैं। इतिहास नूं वर्णन कर रही है फोटो। इसे जगह तालाब के किनारे सतगुरां ने थड़े ते आसन लाया, शाही बाग विच तालाब के किनारे। इत्थे ही सतगुरां ने उस गरीब हसन अली नूं अपनी बेशकीमती हीरे जड़त अंगूठी दिती। एक कौतक रचिया सतगुरां ने गिरफ्तार होने का। वो गरीब कहन लग्या, जी मेरे फटे पुराने कपड़े हैं, ये रस्ता आद मैं किस विच पवा के लियावांगा। सतगुरां ने होर मिर कीती, अपने मोढे उत्तों बेशकीमती दुसाला उतार के सतगुरां ने उस गरीब नूं दिता। साध संगत जी लागे ही भाई मती दास जी खलोते हैं। भाई मती दास जी बेनती करते हैं, सतगुरु जी मेरे पास आप जी दियां बख्शियां हुई मोहरां हन, ये बेशकीमती अंगूठी इसनूं दे रहे हो, मुड़ के आवे जां ना आवे। सतगुरां ने भाणा वरताउणा सी। सतगुरां ने हुक्म कीता, इसनूं जाण दिओ, इस दियां भेडां बकरियां पशु आदि दा ध्यान रखो। साध संगत जी पहला आप जी ने इतिहास सरवण कीता है। इसे ही जगह तो सतगुरां ने आप अपनी इच्छा अनुसार गिरफ्तारी दी। ये पावन स्थान सतगुरां दी आमद नूं याद नूं ताज़ा कर रहा है। शीस दिया पर सिर न दिया, शीस
दिया पर सिर ना दिया। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਚਰਨ ਛੋਹ ਪ੍ਰਾਪਤ ਸੱਚਖੰਡ ਦਰਬਾਰ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ। ਸਾਧ ਸੰਗਤ ਜੀ, ਆਪ ਸੱਚਖੰਡ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇਹ ਪਾਵਨ ਸੱਚਖੰਡ ਦਰਬਾਰ ਅੰਦਰੋਂ ਲਗਭਗ 450 ਸਾਲ ਤੋਂ ਵੀ ਪੁਰਾਤਨ ਹੈ, ਜੋ ਮਹਾਂਪੁਰਖਾਂ ਨੇ ਇਸ ਪਾਵਨ ਸਥਾਨ 'ਤੇ ਜਿੱਥੇ ਸਤਿਗੁਰਾਂ ਦੇ ਚਰਨਾਂ ਦੀ ਨੇਤਰਾਂ ਦੀ ਛੋਹ ਪ੍ਰਾਪਤ ਹੈ, ਇਸ ਇਮਾਰਤ ਉੱਤੇ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਇਸ ਸਥਾਨ ਨੂੰ ਬਿਨਾਂ ਤੋੜ ਫੋੜ ਕੀਤਿਆਂ ਰਿਪੇਅਰ ਕਰਕੇ ਕਾਰ ਸੇਵਾ ਕਰਵਾ ਕਰਕੇ ਇਸ ਦੀ ਸੇਵਾ ਸੰਭਾਲ ਬਣਾਈ ਰੱਖੀ ਹੈ, ਤਾਂ ਕਿ ਸੈਂਕੜੇ ਹਜ਼ਾਰਾਂ ਸਾਲਾਂ ਬਾਅਦ ਇਸ ਪਾਵਨ ਸਥਾਨ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪੰਥ ਖਾਲਸਾ ਦੀ ਨਵੀਂ ਜਨਰੇਸ਼ਨ ਨਵੀਂ ਪਨੀਰੀ ਜਦੋਂ ਦਰਸ਼ਨ ਕਰੇਗੀ, ਉਹਨਾਂ ਵਾਸਤੇ ਸਾਧ ਸੰਗਤ ਜੀ ਇੱਕ ਅਜੂਬਾ ਹੈ। ਇਸ ਇਮਾਰਤ ਉੱਤੇ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਨੇਤਰਾਂ ਦੀ ਛੋਹ ਪ੍ਰਾਪਤ ਹੈ। ਇਹ ਇਮਾਰਤ ਸਾਧ ਸੰਗਤ ਜੀ 450 ਸਾਲ ਤੋਂ ਵੀ ਪੁਰਾਤਨ ਹੈ। ਆਪ ਸਭ ਮਾਈ ਭਾਈ ਜਦੋਂ ਆਗਰੇ ਪਹੁੰਚੋ, ਪਾਵਨ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਦੇ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਜੀ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬਟੋ ਕਲੂ ਮੈਂ ਸਾਕਾ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਜਦੋਂ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਆਗਰਾ ਵਿਖੇ ਪਹੁੰਚਦੇ ਹਾਂ, ਤੇ ਸਾਨੂੰ ਇੱਥੇ ਇੱਕ ਨਹੀਂ ਅਨੇਕਾਂ ਸਥਾਨ ਇਹੋ ਜਿਹੇ ਮਿਲਦੇ ਨੇ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਨਹੀਂ ਅਨੇਕਾਂ ਹੀ ਕੋਤਕ ਰਚਾਏ ਨੇ। ਜੀ ਹਾਂ, ਹੁਣ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਦੀਦਾਰ ਕਰਾਉਂਦੇ ਹਾਂ ਜਿੱਥੇ ਬੈਠ ਕੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਦਿਨ ਨਹੀਂ ਅਨੇਕਾਂ ਦਿਨ ਉਸ ਪਰਮਾਤਮਾ ਦੀ ਇਬਾਦਤ ਵਿੱਚ ਆਪਣੇ ਆਪ ਨੂੰ ਉਭੇਦ ਕੀਤਾ। ਜੀ ਹਾਂ, ਜਦੋਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ, ਨਜ਼ਰਬੰਦ ਕੀਤਾ ਗਿਆ, ਜਿਸ ਥਾਂ ਤੇ ਨਜ਼ਰਬੰਦ ਕੀਤਾ ਗਿਆ ਅੱਜ ਉੱਥੇ ਪਵਿੱਤਰ ਭੋਰਾ ਸਾਹਿਬ ਹੈ, ਕਿਉਂਕਿ ਭੋਰਾ ਸਾਹਿਬ ਤਾਂ ਕਿਹਾ ਜਾਂਦਾ ਹੈ ਉੱਥੇ ਬੈਠ ਕੇ ਗੁਰੂ ਪਾਤਸ਼ਾਹ ਜੀ ਨੇ ਬੰਦਗੀ ਕੀਤੀ। ਹਾਲਾਂਕਿ ਮੁਗਲ ਸਲਤਨਤ ਦੇ ਵੱਲੋਂ ਗੁਰੂ ਸਾਹਿਬ ਨੂੰ ਨਜ਼ਰਬੰਦ ਕੀਤਾ ਗਿਆ, ਗ੍ਰਿਫਤਾਰ ਕੀਤਾ ਗਿਆ, ਕਿੰਨੇ ਦਿਨ ਇਸ ਥਾਂ ਤੇ ਰਹੇ, ਤੇ ਪਰੰਤੂ ਪਰਮਾਤਮਾ ਦੀ ਇਬਾਦਤ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਭੇਦ ਕੀਤਾ। ਅੱਜ ਸੰਗਤਾਂ ਉਸ ਪਵਿੱਤਰ ਭੋਰਾ ਸਾਹਿਬ ਵਿੱਚ ਦਰਸ਼ਨ ਕਰਦੀਆਂ ਨੇ, ਗੁਰੂ ਪਾਤਸ਼ਾਹ ਅੱਗੇ ਆਪਣਾ ਸੀਸ ਭੇਟਾ ਕਰਦੀਆਂ ਨੇ ਤੇ ਇਬਾਦਤ ਤੇ ਬੰਦਗੀ ਦੀ ਦਾਤ ਮੰਗਦੀਆਂ ਨੇ। ਆਓ ਅਸੀਂ ਵੀ ਉਸ ਪਾਵਨ ਪਵਿੱਤਰ ਭੋਰਾ ਸਾਹਿਬ ਦੇ ਦਰਸ਼ਨ ਕਰੀਏ ਅਤੇ ਇੱਥੋਂ ਦੇ ਗ੍ਰੰਥੀ ਸਿੰਘ ਪਾਸੋਂ ਇਸ ਪਾਵਨ ਪਵਿੱਤਰ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਆਓ ਸਾਧ ਸੰਗਤ ਜੀ ਦਰਸ਼ਨ ਕਰੀਏ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਸੱਚਖੰਡ ਦਰਬਾਰ ਭੋਰਾ ਸਾਹਿਬ, ਜਿੱਥੇ ਸਤਿਗੁਰੂ ਜੀ ਆਪ ਜੀ ਨੇ ਮੰਜੀ ਸਾਹਿਬ ਦਰਸ਼ਨ ਕੀਤੇ ਹਨ। ਉੱਥੋਂ ਸਤਿਗੁਰੂ ਜੀ ਗ੍ਰਿਫਤਾਰ ਹੋਏ। ਇਸ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ 9 ਦਿਨ ਤੱਕ ਨਜ਼ਰਬੰਦ ਰਹੇ। ਇੱਥੋਂ ਸਤਿਗੁਰਾਂ ਨੂੰ ਭਾਰੀ ਫੌਜ ਦੀ ਨਿਗਰਾਨੀ ਵਿੱਚ ਪਾਲਕੀ ਵਿੱਚ ਬਿਠਾ ਕਰਕੇ ਚਾਂਦਨੀ ਚੌਂਕ
ਦਿੱਲੀ ਲਿਜਾਣਾ ਕੀਤਾ। ਸਾਧ ਸੰਗਤ ਜੀ, ਇਹ ਪਾਵਨ ਸੱਚਖੰਡ ਦਰਬਾਰ ਸਾਹਿਬ ਤਹਿਖਾਨਾ ਸੀ ਪਹਿਲਾਂ, ਜਿੱਥੇ ਸਤਿਗੁਰੂ ਜੀ ਨਜ਼ਰਬੰਦ ਰਹੇ। ਹੁਣ ਸੰਗਤਾਂ ਇਸ ਨੂੰ ਸਤਿਕਾਰ ਸਹਿਤ ਭੋਰਾ ਸਾਹਿਬ ਕਹਿ ਕੇ ਯਾਦ ਕਰਦੀਆਂ ਹਨ। ਇਹ ਇਮਾਰਤ ਸਾਧ ਸੰਗਤ ਜੀ ਲਗਭਗ 450 ਸਾਲ ਪੁਰਾਤਨ ਹੈ। ਮਹਾਂਪੁਰਖਾਂ ਨੇ ਇਹ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਨੂੰ ਸੁਚੱਜੇ ਢੰਗ ਦੇ ਨਾਲ ਕਾਰ ਸੇਵਾ ਕਰਵਾ ਕਰਕੇ ਲੈਮੀਨੇਸ਼ਨ ਕਰਾ ਦਿੱਤਾ ਗਿਆ ਹੈ, ਤਾਂ ਕਿ ਸੈਂਕੜੇ ਹਜ਼ਾਰਾਂ ਸਾਲਾਂ ਬਾਅਦ ਸਤਿਗੁਰਾਂ ਦੀਆਂ ਚਰਨ ਛੋਹ ਪ੍ਰਾਪਤ ਇਮਾਰਤਾਂ ਦੇ ਪੰਥ ਖਾਲਸਾ ਦੀ ਨਵੀਂ ਜਨਰੇਸ਼ਨ, ਨਵੀਂ ਪਨੀਰੀ ਸਤਿਗੁਰਾਂ ਦੀਆਂ ਚਰਨ ਛੋਹ ਪ੍ਰਾਪਤ ਇਮਾਰਤਾਂ ਦੇ ਦਰਸ਼ਨ ਕਰ ਸਕਣ, ਆਪਣੇ ਆਪ ਨੂੰ ਵਡਭਾਗੀ ਸਮਝਣ। ਨਾਟਕ ਚੇਟਕ ਕੀਏ ਕੁਕਾਜਾ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੇ धर्म हेत साका जिन किया, धर्म हेत साका जिन किया, शीस दिया पर सिर न दिया, शीस दिया पर सिर न दिया, धर्म हेत साका जिन किया, धर्म हेत साका जिन किया, शीस दिया पर सिर न दिया। ਸਾਧ ਸੰਗਤ ਜੀ, ਆਪ ਦਰਸ਼ਨ ਕਰ ਰਹੇ ਹੋ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਆਗਰਾ। ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ। ਪਹਿਲਾਂ ਮੰਜੀ ਸਾਹਿਬ ਵਾਲੀ ਜਗ੍ਹਾ ਤੋਂ ਸਤਿਗੁਰੂ ਜੀ ਗ੍ਰਿਫਤਾਰ ਹੋਏ ਹਨ, ਜਿੱਥੇ ਸਤਿਗੁਰੂ ਜੀ ਬੈਠੇ ਆਸਣ ਲਾਇਆ ਸ਼ਾਹੀ ਬਾਗ ਵਿੱਚ। ਉੱਥੇ ਇੱਕ ਗਰੀਬ ਭੇਡਾਂ ਬੱਕਰੀਆਂ ਚਾਰ ਰਿਹਾ ਸੀ, ਜਿਸ ਦੀ ਇੱਛਾ ਸੀ ਕਿ ਸਤਿਗੁਰੂ ਮੈਨੂੰ ਮਿਲਣ, ਮੈਂ ਉਹਨਾਂ ਨੂੰ ਗ੍ਰਿਫਤਾਰ ਕਰਾਵਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮਿਹਰ ਕੀਤੀ। ਉਸ ਗਰੀਬ ਭੇਡਾਂ ਬੱਕਰੀਆਂ ਚਾਰਨ ਵਾਲੇ ਨੂੰ ਇਸ਼ਾਰਾ ਕਰਕੇ ਬੁਲਾਉਣਾ ਕੀਤਾ। ਉਹ ਗਰੀਬ ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ ਖੜਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਫਰਮਾਇਆ ਵੀ ਅਸੀਂ ਮੁਸਾਫਰ ਹਾਂ, ਬਹੁਤ ਲੰਬਾ ਪੈਂਡਾ ਤੈਅ ਕਰਕੇ ਆ ਰਹੇ ਹਾਂ, ਪਿਆਸ ਲੱਗੀ ਹੈ, ਜਲ ਛਕਣਾ ਹੈ, ਪਾਣੀ ਦਾ ਇੰਤਜ਼ਾਮ ਕਰੋ। ਸਾਧ ਸੰਗਤ ਜੀ, ਉਹ ਗਰੀਬ ਹੱਥ ਜੋੜ ਕੇ ਕਹਿਣ ਲੱਗਾ, ਜੀ ਇਸ ਏਰੀਏ ਦਾ ਜਲ ਪੀਣ ਲਾਇਕ ਨਹੀਂ ਹੈ, ਖਾਰਾ ਹੈ। ਮੈਂ ਆਪਣੀਆਂ ਭੇਡਾਂ ਬੱਕਰੀਆਂ ਗਊਆਂ ਆਦਿ ਦਾ ਦੁੱਧ ਛਕਾ ਦੇਣਾ ਹਾਂ ਆਪ ਜੀ ਨੂੰ ਲਿਆ ਕੇ। ਸਤਿਗੁਰੂ ਜੀ ਕਹਿਣ ਲੱਗੇ, ਨਹੀਂ ਖਾਰਾ ਨਹੀਂ, ਹਜ਼ਾਰਾ ਹੈ। ਸਾਹਮਣੇ ਚੜ੍ਹਦੇ ਵਾਲੇ ਪਾਸੇ ਖੂਹ ਹੈ, ਉਸ ਖੂਹ ਤੋਂ ਜਲ ਭਰ ਕੇ ਲੈ ਕੇ ਆਉਣਾ ਕਰੋ। ਸਾਧ ਸੰਗਤ ਜੀ, ਜਿੱਥੇ ਅਸੀਂ ਖੜੇ ਹਾਂ ਆਪ ਸਰਬੱਤ ਮਾਈ ਭਾਈ ਦਰਸ਼ਨ ਕਰ ਰਹੇ ਹੋ। ਇਹ ਪੁਰਾਤਨ ਲਗਭਗ 450 ਸਾਲ ਪੁਰਾਣਾ ਵਿਸ਼ਾਲ ਖੂਹ ਹੈ। ਇਸ ਖੂਹ 'ਤੇ ਉਹ ਭੇਡਾਂ ਬੱਕਰੀਆਂ ਚਾਰਨ ਵਾਲਾ ਇਆਲੀ ਪਹੁੰਚਦਾ ਹੈ। ਇੱਕ ਪਾਣੀ ਦੀ ਟਿੰਡ ਭਾਵ ਕੇ ਮਿੱਟੀ ਦੇ ਬਰਤਨ ਵਿੱਚ ਜਲ ਭਰ ਕੇ ਲੈ ਕੇ ਸਤਿਗੁਰਾਂ ਦੇ ਸਨਮੁਖ ਜਲ ਰੱਖਿਆ। ਸਤਿਗੁਰਾਂ ਨੇ ਜਲ ਛਕਿਆ, ਕਿਰਪਾ ਕੀਤੀ, ਜਲ ਜੋ ਮਿੱਠਾ ਅੰਮ੍ਰਿਤ ਹੋ ਗਿਆ। ਹੁਣ ਵੀ ਸਾਧ ਸੰਗਤ ਜੀ, ਇਸ ਏਰੀਏ ਦਾ ਜਲ ਜੋ ਹੈ ਮਿੱਠਾ ਹੈ, ਅੰਮ੍ਰਿਤ ਹੈ। ਇਹ ਕਿਰਪਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹੈ। ਜਿੱਥੇ ਜਿੱਥੇ ਵੀ ਸਾਧ ਸੰਗਤ ਜੀ ਸਤਿਗੁਰਾਂ ਨੇ ਆਪਣੇ ਮੁਬਾਰਕ ਚਰਨ ਪਾਏ, ਉਹਨਾਂ ਦੀਆਂ ਯਾਦਾਂ ਕਾਇਮ ਹਨ। ਇਹ ਪੁਰਾਤਨ ਖੂਹ, ਜਿੱਥੇ ਸਤਿਗੁਰੂ ਜੀ ਜਦ 9 ਦਿਨ ਤੱਕ ਇੱਥੇ ਗੁਰੂ ਕਾ ਤਾਲ ਵਿਖੇ ਭੋਰਾ ਸਾਹਿਬ ਵਿਖੇ ਨਜ਼ਰਬੰਦ ਰਹੇ, ਇਸੇ ਖੂਹ 'ਤੇ ਸਤਿਗੁਰੂ ਜੀ ਇਸ਼ਨਾਨ ਪਾਣੀ ਕਰਦੇ ਸਨ। ਇਸੇ ਖੂਹ ਦਾ ਸਤਿਗੁਰੂ ਜੀ ਜਲ ਛਕਦੇ ਸਨ। ਸਾਧ ਸੰਗਤ ਜੀ, 1980 ਦੇ ਦਰਮਿਆਨ ਸਾਡੇ ਦੇਖਣ ਵਿੱਚ ਜਿੰਨੇ ਵੀ ਆਲੇ ਦੁਆਲੇ ਪਿੰਡ ਹਨ, ਇਸੇ ਹੀ ਖੂਹ ਤੋਂ
ਜਲ ਭਰ ਕੇ ਲੈ ਕੇ ਜਾਂਦੇ ਹਨ ਆਪਣੇ ਪਿੰਡਾਂ ਵਿੱਚ, ਘਰਾਂ ਵਿੱਚ ਇਸੇ ਖੂਹ ਦਾ ਜਲ ਵਰਤਦੇ ਸਨ। ਹੁਣ ਜੋ ਸੁਵਿਧਾ ਹਨ ਹੋਰ ਹੋ ਗਈਆਂ ਹਨ। ਜੋ ਪਹਿਲਾ ਸਮਾਂ ਸੀ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਵਿਸ਼ਾਲ ਖੂਹ ਤੋਂ ਕਿ ਇਹ ਆਲੇ ਦੁਆਲੇ ਦੀਆਂ ਸੰਗਤਾਂ ਜਲ ਵਰਤਦੀਆਂ ਸਨ। ਸਾਧ ਸੰਗਤ ਜੀ, ਜਦ ਆਪ ਜੀ ਆਗਰੇ ਦਰਸ਼ਨ ਕਰਨ ਆਵੋ ਤੇ ਇਸ ਪੁਰਾਤਨ ਵਿਸ਼ਾਲ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਖੂਹ ਸਾਹਿਬ ਦੇ ਵੀ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ। ਸੀਸ ਦਿਆ ਪਰ ਸਿਰ ਨਾ ਦਿਆ, ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, 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 ਧਰਮ ਹੇਤ ਸਾਕਾ ਜਿਨ ਕੀਆ, 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 ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ, ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਤੁਸੀਂ ਦਰਸ਼ਨ ਕੀਤੇ ਨੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਜੋ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਆਗਰਾ ਦੇ ਵਿੱਚ ਮੌਜੂਦ ਨੇ। ਗੁਰਦੁਆਰਾ ਮੰਜੀ ਸਾਹਿਬ, ਪਵਿੱਤਰ ਭੋਰਾ ਸਾਹਿਬ ਅਤੇ ਇਸ ਤੋਂ ਇਲਾਵਾ ਇਸ ਗੁਰੂ ਘਰ ਦੇ ਵਿੱਚ ਬਕਾਇਦਾ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾਂਦੀ ਗੁਰਮਤਿ ਸੰਗੀਤ ਅਕੈਡਮੀ ਦੇ ਜੀ ਹਾਂ ਹੁਣੇ ਪੜਾਅ ਇੱਥੇ ਹੀ ਸੰਪੂਰਨ ਹੁੰਦਾ ਹੈ, ਪਰੰਤੂ ਪੀਟੀਸੀ ਵੱਲੋਂ ਸ਼ੁਰੂ ਕੀਤਾ ਹੋਇਆ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੰਦਗੀ ਤੋਂ ਸ਼ਹਾਦਤ ਤੱਕ ਦਾ ਸਫ਼ਰ ਇਹ ਨਿਰੰਤਰ ਇਸੇ ਤਰ੍ਹਾਂ ਜਾਰੀ ਰਹੇਗਾ। ਹੁਣ ਮੁਲਾਕਾਤ ਕਰਾਂਗੇ, ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਜਿੱਥੇ ਗੁਰੂ ਸਾਹਿਬ ਜੀ ਨੇ ਸ਼ਹਾਦਤ ਦਿੱਤੀ, ਭਾਵ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ। ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ, ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਫਿਕਰ ਫੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰही न किन्हू आन, तेग बहादुर के चलत भयो जगत को सोग, है
ਹੈ ਸਭ ਜਗ ਪਿਓ ਜੈ 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 ਸੁਰਲੋਕ। ਆਓ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਆਪ ਜੀ ਨੂੰ ਦੀਦਾਰ ਕਰਾਉਂਦੇ ਹਾਂ, ਕਿਉਂਕਿ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਸੀ। ਕੇਵਲ ਗੁਰੂ ਸਾਹਿਬ ਨੇ ਨਹੀਂ, ਸਗੋਂ ਗੁਰੂ ਸਾਹਿਬ ਜੀ ਦੇ ਬੜੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਵੀ ਗੁਰੂ ਤੋਂ ਕੁਰਬਾਨ ਹੋ ਕੇ ਆਪਣਾ ਆਪ ਕੁਰਬਾਨ ਕਰ ਦਿੱਤਾ ਸੀ। ਆਓ ਸਭ ਤੋਂ ਪਹਿਲੇ ਆਪ ਜੀ ਨੂੰ ਦੀਦਾਰ ਕਰਾਉਂਦੇ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਦੇ, ਅਤੇ ਉਸ ਤੋਂ ਬਾਅਦ ਆਪਾਂ ਇਸ ਸਮੁੱਚੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਇੱਥੇ ਸੇਵਾ ਨਿਭਾ ਰਹੇ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਪਾਸੋਂ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬਟੋ ਕਲੂ ਮੈਂ ਸਾਕਾ, ਕੀਨੋ ਬਟੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਖੜੇ ਹਾਂ। ਇੱਥੇ ਦਾ ਹੈਡਗੰਥੀ ਸੇਵਾਦਾਰ ਹੋਣ ਦੇ ਨਾਤੇ ਜੇ ਇਤਿਹਾਸ ਦੀ ਗੱਲ ਕਰੀਏ, ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਕੋਲ ਅਨੰਦਪੁਰ ਸਾਹਿਬ 500 ਬ੍ਰਾਹਮਣ ਆਏ ਸੀ ਕਿਰਪਾ ਰਾਮ ਦੀ ਅਗਵਾਈ ਵਿੱਚ। ਇਹ ਇਤਿਹਾਸ ਦਾ ਪੱਖ ਸਭ ਨੂੰ ਪਤਾ ਹੈ। ਤੇ ਰੋਂਦੇ ਕੁਰਲਾਉਂਦੇ ਜਦ ਆਏ, ਦੁਖੀ ਬਿਪਰ ਸੋ ਚਲ ਆਏ ਪੁਰੀ ਆਨੰਦ, ਬਾਹਾਂ ਸਾਡੀ ਪਕੜੀਏ ਹਰਗੋਬਿੰਦ ਕੇ ਆਨੰਦ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਦੋਂ ਬਾਹਾਂ ਪਕੜ ਲਈ ਤੇ ਕਿਹਾ, ਸਤਿਗੁਰੂ ਕਿਹਾ ਬੱਚਿਓ ਤੁਸੀਂ ਘਰ ਹੀ ਜਾਓ, ਸੀਸ ਆਪਣਾ ਦੇ ਕੇ ਸਤ ਬਚਾਵਾਂਗਾ ਮੈਂ, ਹਿੰਦੂ ਮੰਦਰਾਂ ਦੇ ਬੁਝ ਰਹੇ ਦੀਵਿਆਂ ਅੰਦਰ, ਤੇਲ ਖੂਨ ਆਪਣੇ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀ ਜੜ੍ਹਾਂ ਅੰਦਰ, ਲਹੂ ਆਪਣਾ ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਅੱਜ ਵੀ ਹਿੰਦੂ ਮੰਦਰਾਂ ਦੇ ਬੁਝ ਰਹੇ ਦੀਵਿਆਂ ਅੰਦਰ, ਖੂਨ ਤੇਗ ਬਹਾਦਰ ਦਾ ਬਲ ਰਿਹਾ ਹੈ, ਅੱਜ ਵੀ ਹਿੰਦੂ ਮੰਦਰਾਂ ਦੇ ਬੁਝ ਰਹੇ ਦੀਵਿਆਂ ਅੰਦਰ, ਖੂਨ ਤੇਗ ਬਹਾਦਰ ਦਾ ਬਲ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਣਾ ਅਸੀਂ ਦੇ ਨਹੀਂ ਸਕਦੇ। ਜੇ ਅੱਜ ਹਿੰਦੂ ਵੀਰ ਕਹਿੰਦੇ ਨੇ ਗਰਵ ਸੇ ਕਹੋ ਹਮ ਹਿੰਦੂ ਹੈ, ਅਸੀਂ ਕਹਿੰਦੇ ਹਾਂ ਮਾਣ ਨਾਲ ਕਹੋ ਅਸੀਂ ਸਿੱਖ ਹਾਂ। ਨਾ ਗਰਵ ਰਹਿਣਾ ਸੀ ਨਾ ਮਾਣ ਰਹਿਣਾ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਨਾ ਦਿੰਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦ ਉਹਨਾਂ ਬ੍ਰਾਹਮਣਾਂ ਤੇ ਨਾਲ ਆਈ ਬੱਚੀਆਂ ਭੈਣਾਂ ਦੇ ਅੱਖਾਂ 'ਚ ਅਥਰੂ ਵੇਖੇ ਤੇ ਸਤਿਗੁਰੂ ਜੀ ਨੇ ਕਹਿ ਦਿੱਤਾ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਹਾਂ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ, ਬਾਹਾਂ ਨਾ ਛੋਡੀਐ। ਮੈਂ ਤੁਹਾਡੀ ਬਾਂਹ ਫੜ ਰਿਹਾ ਹਾਂ, ਮੈਨੂੰ ਭਾਵੇਂ ਆਪਣਾ ਸੀਸ ਕਿਉਂ ਨਾ ਦੇਣਾ ਪਵੇ, ਮੈਂ ਤੁਹਾਡੀ ਬਾਂਹ ਨਹੀਂ ਛੱਡਾਂਗਾ, ਪਰ ਇੱਕ ਵਾਅਦਾ ਤੁਸੀਂ ਵੀ ਕਰੋ, ਵਚਨ ਦਿਓ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ। ਟੋਟੇ ਟੋਟੇ ਹੋ ਕੇ ਧਰਤੀ ਤੇ ਡਿੱਗ ਜਾਣਾ, ਪਰ ਆਪਣਾ ਧਰਮ ਨਾ ਛੱਡਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂ ਧਰਮ ਦੀ ਰੱਖਿਆ ਲਈ, ਸੀਸ ਦੇਣ ਲਈ ਇਸ ਅਸਥਾਨ ਤੇ ਪੁੱਜੇ। ਸਨ 1675 ਨਵੰਬਰ ਮਹੀਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਪੁੱਜ ਕੇ ਹਕੂਮਤ ਨਾਲ ਗੱਲ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਜਦ ਇੱਥੇ ਪੁੱਜੇ ਤੇ ਹਕੂਮਤ ਨੇ 3 ਸ਼ਰਤਾਂ ਰੱਖੀਆਂ ਸਾਹਮਣੇ ਵੀ ਜਾਂ ਤੇ ਕਰਾਮਾਤ ਵਿਖਾਓ, ਤੇ ਜੇ ਕਰਾਮਾਤ ਨਹੀਂ ਵਿਖਾਉਂਦੇ ਤੇ ਫਿਰ ਆਪਣਾ ਧਰਮ ਛੱਡ ਦਿਓ, ਇਸਲਾਮ ਕਬੂਲ ਕਰੋ, ਦੁਨੀਆ ਦੇ ਸੁੱਖ ਤੁਹਾਡੇ ਕਦਮਾਂ 'ਚ ਰੁਲਣਗੇ, ਅਸੀਂ ਵੀ ਤੁਹਾਨੂੰ ਪੀਰ ਕਰਕੇ ਮੰਨਾਂਗੇ, ਤੇ ਜੇ ਧਰਮ ਨਹੀਂ ਛੱਡਦੇ ਤੇ ਫਿਰ ਸੀਸ ਦੇਣ ਲਈ ਤਿਆਰ ਹੋ ਜਾਓ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਕਰਾਮਾਤ ਹੈ ਕਹਿਰ ਫਕੀਰ ਨਾ ਦੱਸੇ, ਸਾਈਂ ਖੜਾ ਸਿਰ ਉੱਪਰ ਹੱਸੈ। ਕਰਾਮਾਤ ਅਸੀਂ ਵਿਖਾਵਾਂਗੇ ਨਹੀਂ,
ਸਾਡੇ ਧਰਮ ਦੇ ਵਿੱਚ ਕੋਈ ਕਮਜ਼ੋਰੀ ਸਾਨੂੰ ਨਜ਼ਰ ਨਹੀਂ ਆਉਂਦੀ, ਇਸ ਕਰਕੇ ਧਰਮ ਅਸੀਂ ਛੱਡਾਂਗੇ ਨਹੀਂ। ਹਾਂ, ਤੀਜੀ ਗੱਲ, ਤ੍ਰਿਤੀਏ ਪ੍ਰਾਨ ਹਾਨ ਕੀ ਬਾਤ, ਸੋ ਸਹੇ ਹਮ ਆਪਨੇ ਗਾਤ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੇ ਕਿਹਾ ਸੀਸ ਦੇਣ ਲਈ ਅਸੀਂ ਤਿਆਰ ਹਾਂ। ਜਦ ਕਿਹਾ ਨਾ ਸੀਸ ਦੇਣ ਲਈ ਤਿਆਰ ਹਾਂ, ਤੇ ਹੁਕੂਮਤ ਘਬਰਾ ਗਈ ਵੀ ਜੇ ਸੀਸ ਲੈ ਲਿਆਂਗੇ ਤੇ ਫਿਰ ਤੇ ਇੱਕ ਇਨਕਲਾਬ ਆ ਜਾਵੇਗਾ, ਕ੍ਰਾਂਤੀ ਆ ਜਾਵੇਗੀ, ਹਰ ਕੋਈ ਸੀਸ ਦੇਣ ਨੂੰ ਤਿਆਰ ਹੋ ਜਾਵੇਗਾ। ਤੇ ਹੁਕੂਮਤ ਨੇ ਕੀ ਕੀਤਾ ਕਿ 1-2 ਦਿਨ ਲਈ ਰੁਕ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸੋਚਿਆ ਕਿ ਕੀ ਕੀਤਾ ਜਾਵੇ। ਕਿਸੇ ਨੇ ਕਿਹਾ ਕਿ ਗੁਰੂ ਆਪਣੇ ਸਿੱਖਾਂ ਨੂੰ ਬਿਲਕੁਲ ਮਾਂ ਵਾਂਗ ਪਿਆਰ ਕਰਦੇ ਨੇ, ਪਹਿਲੇ ਇਹਦੇ ਸਿੱਖ ਬੱਚਿਆਂ ਨੂੰ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ ਤੇ ਗੁਰੂ ਮਾਂ ਫਿਰ ਮੰਨ ਜਾਵੇਗੀ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਕਹਿੰਦੇ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਸਤੀ ਦਾਸ ਜੀ ਨੂੰ ਇੱਥੇ ਰੂਹ ਵਿੱਚ ਵਲੇਟ ਕੇ ਸਾੜ ਦਿੱਤਾ ਗਿਆ, ਉਬਲਦੇ ਪਾਣੀ 'ਚ ਉਬਾਲ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ। ਤੇ ਸੋਚਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਡੋਲ ਜਾਣਗੇ, ਪਰ ਇਹਨਾਂ ਨੂੰ ਕੀ ਪਤਾ ਜੋ ਗੁਰੂ ਦੇ ਸਿੱਖ ਨਹੀਂ ਡੋਲਦੇ, ਗੁਰੂ ਕਿਸ ਤਰ੍ਹਾਂ ਡੋਲੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਕਾਜੀ ਕੋਤਵਾਲ ਤੇ ਜੱਲਾਦ ਆ ਗਏ। ਕਾਜੀ ਕਹਿੰਦਾ ਏ ਕਿ ਮੈਂ ਖਾਨਦਾਨੀ ਕਾਜੀ ਹਾਂ, ਮੇਰੇ ਬਾਪ ਦਾਦੇ ਇਹੋ ਜਿਹੇ ਫਤਵੇ ਦਿੰਦੇ ਆਏ ਨੇ, ਅਸੀਂ ਤੁਹਾਨੂੰ ਛੱਡਾਂਗੇ ਨਹੀਂ। ਕੋਤਵਾਲ ਕਹਿੰਦਾ ਮੈਂ ਖਾਨਦਾਨੀ ਕੋਤਵਾਲ ਹਾਂ। ਜੱਲਾਦ ਵੀ ਕਹਿੰਦਾ ਮੈਂ ਖਾਨਦਾਨੀ ਜੱਲਾਦ ਹਾਂ, ਮੇਰੇ ਬਾਪ ਦਾਦੇ ਇਹੋ ਕੁਝ ਕਰਦੇ ਆਏ ਨੇ। ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਸਕਰਾਉਂਦਿਆਂ ਕਿਹਾ ਤੂੰ ਖਾਨਦਾਨੀ ਕਾਜੀ ਹੈ, ਤੂੰ ਖਾਨਦਾਨੀ ਕੋਤਵਾਲ ਹੈ, ਤੂੰ ਖਾਨਦਾਨੀ ਜੱਲਾਦ ਹੈ, ਪਰ ਇੱਕ ਗੱਲ ਯਾਦ ਰੱਖਣਾ, ਮੈਂ ਵੀ ਖਾनदानी शहीद हाँ, मेरे अजदाद से मिला है मुझे विरसा शहादत का, मेरी औलाद को जागीर है जामे शहादत की, मेरी औलाद को जागीर है जामे शहादत की। याद रखना मैं भी खानदानी शहीद हाँ ते ये कुछ मैं अगे अपनी औलाद नूं दे चलिया हाँ। ਤੁਹਾਡੇ ਖਾਨਦਾਨ ਵਿੱਚ ਕਾਜੀ ਕੋਤਵਾਲ ਜੱਲਾਦ ਪੈਦਾ ਹੋਣੇ ਬੰਦ ਹੋ ਜਾਣਗੇ, ਪਰ ਮੇਰੇ ਖਾਨਦਾਨ ਵਿੱਚ ਸ਼ਹੀਦ ਪੈਦਾ ਹੋਣੇ ਬੰਦ ਨਹੀਂ ਹੋਣਗੇ, ਮੇਰੇ ਖਾਨਦਾਨ ਵਿੱਚ ਸ਼ਹੀਦ ਪੈਦਾ ਹੋਣੇ ਬੰਦ ਨਹੀਂ ਹੋਣਗੇ। ਕਹਿ ਦਿੱਤਾ ਕਿ ਤੁਹਾਡੀ ਜੁਰਤ ਨਹੀਂ ਤੁਸੀਂ ਸੀਸ ਉਤਾਰ ਸਕੋ, ਸੀਸ ਤੇ ਮਾਲਕ ਵਾਹਿਗੁਰੂ ਜੀ ਦੇ ਭਾਣੇ 'ਚ ਅਸੀਂ ਦੇਣ ਆਏ ਹਾਂ, ਜੇ ਉਹਨੂੰ ਭਾਵੇਗਾ ਤੇ ਸੀਸ ਉਤਰੇਗਾ ਨਹੀਂ, ਸਗੋਂ ਸੀਸ ਰਹਿੰਦੀ ਦੁਨੀਆ ਤੱਕ ਕਾਇਮ ਹੋ ਜਾਵੇਗਾ। ਸੀਸ ਉਤਰਿਆ ਕਿੱਥੇ ਹੈ? ਸੀਸ ਤੇ ਸੀਸਗੰਜ ਸਾਹਿਬ ਦੇ ਰੂਪ ਵਿੱਚ ਇਸ ਦੇਸ਼ ਦਾ ਸਿਰ ਤੇ ਅਣਖ ਗੈਰਤ ਬਣ ਕੇ ਖੜਾ ਹੈ ਤੇ ਰਹਿੰਦੀ ਦੁਨੀਆ ਤੱਕ ਸੀਸਗੰਜ ਸਾਹਿਬ ਇਉਂ ਕਾਇਮ ਰਹੇਗਾ। ਲੱਖਾਂ ਸੀਸ ਰੋਜ਼ ਸਜਦਾ ਕਰਕੇ ਨਿਕਲਦੇ ਨੇ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਨ ਸ਼ਹੀਦੀ ਸਾਕਾ, ਇਸ ਮਹਾਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵਾਪਰਿਆ, ਜੋ ਕਿ ਉਹ ਦਿਨ ਹੁਣ ਚੱਲ ਰਹੇ ਨੇ। ਨਾਲ ਇਹ 400 ਸਾਲਾ ਪ੍ਰਕਾਸ਼ ਸ਼ਤਾਬਦੀ ਦਾ ਵੀ ਸਾਲ ਹੈ। ਇਸ ਸਾਲ ਉਸ ਸ਼ਹੀਦੀ ਪ੍ਰਤੀ ਹੋਰ ਸਾਡਾ ਜਜ਼ਬਾ ਵੱਧ ਜਾਣਾ ਚਾਹੀਦਾ ਹੈ। ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ पर सिर ना दिया, धर्म हेत साका जिन किया, धर्म हेत साका जिन किया, शीस दिया पर सिर ना दिया, शीस दिया पर सिर ना दिया। तेग बहादुर सिमरे घर नौ नित आवे ताए सब थाई होए सहाय। गुरु की प्यारी साध संगत जीओ, ਜਦੋਂ ਗੁਰੂ ਤੋਂ ਕੁਰਬਾਨ ਹੋਣ ਦੀ ਗੱਲ ਜਾਂਦੀ ਹੈ ਤੇ ਕੁਝ ਮਰਜੀਵੜੇ ਇਹੋ ਜਿਹੇ ਨੇ ਜਿਹੜੇ ਆਪਣਾ ਆਪ ਕੁਰਬਾਨ ਕਰਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ, ਗੁਰੂ ਸਾਹਿਬ ਦੀਆਂ ਰਹਿਮਤਾਂ ਲੈਣ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ। ਜੀ ਹਾਂ, ਗੁਰਦੁਆਰਾ ਸੀਸਗੰਜ ਸਾਹਿਬ ਤੋਂ ਬਾਅਦ ਜਿਸ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ, ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ, ਕਿਸੇ ਸਮੇਂ ਇਹ ਘਰ ਲੱਖੀ ਸ਼ਾਹ ਵਣਜਾਰਾ ਦਾ ਸੀ।
ਲੱਖੀ ਸ਼ਾਹ ਵਣਜਾਰਾ ਦਾ ਉਹ ਘਰ ਜਿਹੜਾ ਕਿ ਅੱਜ ਸਿੱਖ ਇਤਿਹਾਸ ਵਿੱਚ, ਸਿੱਖ ਜਗਤ ਦੇ ਵਿੱਚ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੇ ਨਾਲ ਜਾਣਿਆ ਜਾਂਦਾ ਹੈ। ਜਦੋਂ ਇਤਿਹਾਸ ਦੇ ਸੁਨਹਿਰੀ ਵਰਕੇ ਫਰੋਲਦੇ ਆ ਤੇ ਬੜੀ ਹੈਰਾਨਗੀ ਹੁੰਦੀ ਹੈ। ਗੁਰੂ ਪਾਤਸ਼ਾਹ ਨੂੰ ਦੋ ਸ਼ਾਹ ਮਿਲੇ ਨੇ, ਇੱਕ ਸ਼ਾਹ ਨੇ ਪ੍ਰਗਟ ਕੀਤਾ ਹੈ ਤੇ ਦੂਸਰੇ ਸ਼ਾਹ ਨੇ ਲੁਕਾਇਆ ਹੈ। ਇੱਕ ਉਹ ਸ਼ਾਹ ਜਿਸ ਸ਼ਾਹ ਦਾ ਜਹਾਜ਼ ਸਤਿਗੁਰੂ ਨੇ ਕਿਨਾਰੇ ਲਾਇਆ ਤੇ ਉਸ ਸ਼ਾਹ ਨੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ, ਕੋਠੇ ਚੜ੍ਹ ਕੇ ਰੋਲਾ ਪਾਇਆ, ਗੁਰ ਲਾਦੋ ਰੇ, ਗੁਰ ਲਾਦੋ ਰੇ। ਉਹ ਵੀ ਸ਼ਾਹ ਸੀ ਜਿਹਦਾ ਨਾਮ ਮੱਖਣ ਸ਼ਾਹ ਸੀ। ਜੀ ਹਾਂ, ਦੂਸਰਾ ਸ਼ਾਹ ਮਿਲਿਆ ਗੁਰੂ ਨੂੰ, ਲੱਖੀ ਸ਼ਾਹ ਵਣਜਾਰਾ, ਜਿਨੇ ਗੁਰੂ ਸਾਹਿਬ ਦਾ ਧੜ ਆਪਣੇ ਘਰ ਵਿੱਚ ਰੱਖ ਕੇ ਆਪ ਸੰਸਕਾਰ ਕੀਤਾ। ਉਹਦਾ ਨਾਂ ਸੀ ਲੱਖੀ ਸ਼ਾਹ ਵਣਜਾਰਾ। ਦੋ ਸ਼ਾਹ ਮਿਲੇ ਨੇ, ਇੱਕ ਸ਼ਾਹ ਨੇ ਆਪਣਾ ਫਰਜ਼ ਨਿਭਾਇਆ, ਦੂਸਰੇ ਸ਼ਾਹ ਨੇ ਆਪਣਾ ਫਰਜ਼ ਨਿਭਾਇਆ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਵਾਲਾ ਦਿਨ ਆਉਂਦਾ ਹੈ ਤੇ ਸਮੁੱਚੇ ਸਿੱਖ ਜਗਤ ਦੀਆਂ ਸਿੱਖ ਸੰਗਤਾਂ ਇਹਨਾਂ ਸਥਾਨਾਂ ਤੇ ਦਰਸ਼ਨ ਕਰਨ ਨੂੰ ਲੋਚਦੀਆਂ ਨੇ। ਸੋ ਲੱਖੀ ਸ਼ਾਹ ਵਣਜਾਰੇ ਦਾ ਘਰ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਇਤਿਹਾਸ ਕਿਵੇਂ ਬਣਿਆ, ਇਹ ਸਭ ਕੁਝ ਜਾਣਨ ਲਈ ਅਸੀਂ ਗੱਲਬਾਤ ਕਰਾਂਗੇ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਪਾਸ, ਜੋ ਲੰਬੇ ਸਮੇਂ ਤੋਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ। ਸਾਧਨ ਖੇਤ ਇਤੇ ਜਿਨ ਕਰੀ, ਸਾਧਨ ਖੇਤ ਇਤੇ ਜਿਨ ਕਰੀ, ਸੀਸ ਦਿਆ ਪਰ ਸੀਨਾ ਉਚਰੀ, ਸੀਸ ਦਿਆ ਪਰ ਸੀਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਹਰਦੇਵ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਰਕਾਬਗੰਜ ਸਾਹਿਬ। ਸਭ ਤੋਂ ਪਹਿਲੋਂ PTC ਸਿਮਰਨ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਤਾਬਦੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਇਹ ਬਹੁਤ ਹੀ ਯੋਗ ਉਪਰਾਲਾ ਕੀਤਾ ਹੈ ਕਿ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ ਪਏ, ਉਹਨਾਂ ਸਥਾਨਾਂ ਦੇ ਇਤਿਹਾਸ ਨੂੰ ਨਾਲ ਕੈਰੀ ਕੀਤਾ ਹੈ। ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚੇ ਹਨ। ਜਿਸ ਜਗ੍ਹਾ ਤੇ ਆਪਾਂ ਖੜੇ ਹਾਂ, ਇਹ ਗੁਰਦੁਆਰਾ ਰਕਾਬਗੰਜ ਸਾਹਿਬ ਜਿਹੜਾ ਭਾਈ ਲੱਖੀ ਸ਼ਾਹ ਵਣਜਾਰਾ ਦਾ ਘਰ ਸੀ, ਉਹ ਸਥਾਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਅਨੰਦਪੁਰ ਸਾਹਿਬ ਤੋਂ ਚੱਲੇ, ਜਦੋਂ ਧਰਮ ਤੇ ਖਤਰਾ ਬਣਿਆ ਸੀ, ਉਸ ਧਰਮ ਦੇ ਖਤਰੇ ਨੂੰ ਮਿਟਾਉਣ ਵਾਸਤੇ, ਧਾਰਮਿਕ ਆਜ਼ਾਦੀ ਵਾਸਤੇ ਗੁਰਦੁਆਰਾ ਸੀਸਗੰਜ ਸਾਹਿਬ ਸਤਿਗੁਰਾਂ ਜੀ ਦਾ ਜਿੱਥੇ ਸ਼ਹਾਦਤ ਹੋਈ ਹੈ, ਉਸ ਅਸਥਾਨ ਤੇ ਸਤਿਗੁਰਾਂ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਉੱਥੋਂ ਦੋ ਰੂਪਾਂ ਦੇ ਵਿੱਚ ਸੀਸ ਸਤਿਗੁਰਾਂ ਜੀ ਦਾ ਕੀਰਤਪੁਰ ਸਾਹਿਬ ਰਾਹੀਂ ਅਨੰਦਪੁਰ ਸਾਹਿਬ ਪਹੁੰਚਾ ਭਾਈ ਜੈਤਾ ਜੀ ਦੇ ਰਾਹੀਂ, ਤੇ ਸਤਿਗੁਰਾਂ ਜੀ ਦਾ ਜਿਹੜਾ ਧੜ ਸੀ ਉਹਨੂੰ ਭਾਈ ਲੱਖੀ ਸ਼ਾਹ ਵਣਜਾਰਾ ਇਸ ਪਾਵਨ ਸਥਾਨ ਤੇ ਲੈ ਕੇ ਆਏ, ਜੋ ਉਹਨਾਂ ਦਾ ਆਪਣਾ ਘਰ ਸੀ। ਅਸਲ ਦੇ ਵਿੱਚ ਇਹ ਜਿਹੜਾ ਏਰੀਆ ਹੈ, ਜਿਹਨੂੰ ਅੱਜ ਦੇ ਹਿਸਾਬ ਦੇ ਨਾਲ ਕਹੀਏ ਕਿ ਉਹ ਇੰਡਸਟਰੀ ਏਰੀਆ ਸੀ, ਜਿੱਥੇ ਬਹੁਤ ਸਾਰੀਆਂ ਪਹਿਲੋਂ ਘੋੜਿਆਂ ਦੀ ਰਕਾਬਾਂ ਬਣਦੀਆਂ ਹੁੰਦੀਆਂ ਸਨ, ਉਹ ਸਥਾਨ ਸੀ, ਰਕਾਬਾਂ ਬਣਿਆ ਕਰਦੀਆਂ ਸਨ। ਉਸ ਤੋਂ ਮਗਰੋਂ ਸਤਿਗੁਰੂ ਸਾਹਿਬ ਜੀ ਦਾ ਜਦੋਂ ਧੜ ਦਾ ਇੱਥੇ ਸੰਸਕਾਰ ਹੋਇਆ, ਤੇ ਉਸ ਮੁਬਾਰਕ ਸੰਸਕਾਰ ਦਾ ਕਰਕੇ ਸਤਿਗੁਰਾਂ ਜੀ ਦੇ ਸ਼ਹਾਦਤ ਨੂੰ ਮੁੱਖ ਰੱਖ ਕੇ ਇਹ ਪਾਵਨ ਪਵਿੱਤਰ ਅਸਥਾਨ ਸਿੱਖ ਕੌਮ ਦੀ ਇੱਕ ਯਾਦਗਾਰ ਵਿਰਾਸਤ ਦੇ ਵਿੱਚੋਂ ਤਿਆਰ ਹੋਇਆ। ਅੱਜ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਵੀ ਮੁੱਖ ਸਮਾਗਮ ਹਨ, ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਕੀਤੇ ਜਾਂਦੇ ਹਨ। ਸਤਿਗੁਰਾਂ ਜੀ ਦਾ ਪ੍ਰਕਾਸ਼ ਗੁਰਪੁਰਬ ਤੇ ਸ਼ਹੀਦੀ ਦਿਹਾੜਾ, ਜਿੱਥੇ ਵੱਡੇ ਪੱਧਰ ਤੇ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਸਤਿਗੁਰਾਂ ਦੀ ਸ਼ਹਾਦਤ ਹੋਈ, ਉੱਥੇ ਮਨਾਇਆ ਜਾਂਦਾ ਹੈ। ਉਸ ਦੇ ਨਾਲ ਹੀ ਇਸ ਪਾਵਨ ਸਥਾਨ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਮੁੱਖ ਸਮਾਗਮ ਹੁੰਦੇ ਹਨ, ਜਿਨ੍ਹਾਂ ਵਿੱਚ ਹਰ ਸਾਲ ਅਣਗਿਣਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਅਸੀਸਾਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਦੀਆਂ ਹਨ। ਇਹ ਪਾਵਨ ਪਵਿੱਤਰ ਅਸਥਾਨ ਸਾਨੂੰ ਦੋ ਤਰਫਾ ਸੰਦੇਸ਼ ਦਿੰਦਾ, ਇੱਕ ਤੇ ਗੁਰੂ ਦੀ ਵਡਿਆਈ ਤੇ ਦੂਸਰਾ ਗੁਰੂ ਦੇ ਸਿੱਖ ਦਾ ਗੁਰੂ ਪ੍ਰਤੀ ਪਿਆਰ। ਇਹ ਪਾਵਨ ਪਵਿੱਤਰ ਅਸਥਾਨ ਸਿੱਖ ਦਾ ਗੁਰੂ ਪ੍ਰਤੀ ਸਮਰਪਣ ਤੇ ਗੁਰੂ ਦਾ
ਸਿੱਖ ਦੇ ਨਾਲ ਪਿਆਰ ਦੀ ਉਦਾਹਰਨ ਮਿਸਾਲ ਪੈਦਾ ਕਰਦਾ ਹੈ ਕਿ ਕਿਵੇਂ ਸਿੱਖ ਆਪਣੇ ਗੁਰੂ ਤੋਂ ਆਪਣਾ ਸਭ ਕੁਝ ਕੁਰਬਾਨ ਕਰਕੇ ਵੀ ਆਪਣੇ ਆਪ ਨੂੰ ਵਡਭਾਗਾ ਸਮਝਦਾ ਹੈ। ਸੋ ਇਹ ਗੁਰਦੁਆਰਾ ਰਕਾਬਗੰਜ ਸਾਹਿਬ ਉਹ ਸਥਾਨ ਹੈ ਜਿੱਥੇ ਸਤਿਗੁਰਾਂ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ ਹੈ। ਦੇਸ਼ ਵਿਦੇਸ਼ ਪੂਰੇ ਵਿਸ਼ਵ ਦੇ ਵਿੱਚੋਂ ਅਣਗਿਣਤ ਸੰਗਤਾਂ ਇਸ ਪਾਵਨ ਸਥਾਨ ਤੇ ਆ ਕੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਬਣਾਉਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शहीद की जो मौत है वो कौम की हयात है, हयात तो हयात वह मौत भी हयात है। गुरुद्वारा सीसगंज गुरु तेग बहादुर साहब की शहादत हुंदी है। भाई मती दास, भाई सती दास ਅਤੇ ਭਾਈ ਦਿਆਲਾ ਜੀ ਵੀ ਨਾਲ ਸ਼ਹੀਦ ਹੁੰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਕਾ ਪਿਆਰਾ ਭਾਈ ਲੱਖੀ ਸ਼ਾਹ ਵੰਜਾਰਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਉੱਥੋਂ ਚੱਕ ਕੇ ਆਪਣੇ ਘਰ ਲੈ ਕੇ ਆਂਦਾ ਹੈ। ਜਿੱਥੇ ਅਸੀਂ ਖੜੇ ਹਾਂ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ, ਕਿਸੇ ਸਮੇਂ ਇਹ ਲੱਖੀ ਸ਼ਾਹ ਵੰਜਾਰਾ ਦਾ ਘਰ ਹੋਇਆ ਕਰਦਾ ਸੀ। ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। जो तो प्रेम खिलन का चाओ, सिर धरतली गली मेरी आओ, इत मार्ग पैर धरीजै, सिर दीजै कान ना कीजै। गुरु की प्यारी साध संगत जीओ, सतगुरु की अपार किरपा सदका गुरु तेग बहादुर साहब के शहीदी दिहाड़े नूं समर्पित जो बंदगी तो शहादत तक का सफ़र असी शुरू किया सी, गुरु के महल तो बाबा बकाला तो यह सफ़र गुरु का ताल तो हुंदा होया गुरुद्वारा सीसगंज दिल्ली तो बाद रकाबगंज और उस तो उपरंत ये पड़ा पहुंचा है गुरुद्वारा सीसगंज साहब पातशाही नौवीं तराव। यो पावन पवित्र स्थान जिथे गुरु का प्यारा साडे अति सत्कारयोग भाई जेता जी जिन्हां ने बड़े चाह दे नाल बड़े प्यार दे नाल गुरु तेग बहादुर साहब की खुशी लैनी चाहिए। इहो जा गुरु का प्यारा जिन्हों मान मिलिया रंगरेटा गुरु का बेटा साडे अति सत्कारयोग भाई जैता जी जिन्हां दा बाद विच इतिहास विच नाम दर्ज आंदा है भाई जीवन सिंह जी। जी हाँ, दिल्ली के चांदनी चौंक दे विच जदों गुरु तेग बहादुर साहब की शहादत हुंदी है तो भाई जैता जी अपनी जान की परवाह ना करते हुए केवल गुरु प्यार विच रंग के गुरु तेग बहादुर साहब का सीस गलवकड़ी विच लैके इस तरह तूफान की तरह दौड़े ने आनंदपुर साहब वाल ते जाके कलगीधर पातशाह के सामने सिजदा किया। जी हाँ, सीसगंज आनंदपुर साहब पहुँचे ने पर चांदनी चौंक तो जदों गुरु तेग बहादुर साहब का सीस उन्होंने अपनी गलवकड़ी च लिया तो सफ़र इन्ना वड्डा सी, एक नहीं अनेकों थावां ते भाई जैता जी ने रस्ते दे विच गुरु तेग बहादुर साहब जी का सीस जो इतिहास के वर्के कहते हैं संगतां नूं दर्शन कराए ने। जी हाँ, अज असीं उस स्थान ते पहुँचे हाँ जिथे भाई जैता जी ने एक बार गुरु प्यार विच भेज के सतगुरु दीआं संगतां नूं गुरु साहब के सीस के दीदार कराए ने। गुरुद्वारा सीसगंज साहब पातशाही नौवीं तरावड़ी। सो की है इस पावन पवित्र अस्थान का इतिहास, समूचा इतिहास जानने के लिए असीं गलबात करांगे साडे अति सत्कारयोग सिंह साहब पासों ते नाल ही आओ दर्शन करते हैं इस पावन पवित्र स्थान के। तिलक जंजू राखा प्रभु तांका, तिलक जंजू राखा प्रभु
बड़ो कलू मैं साका कीनो बड़ो कलू मैं साका धर्म हेत साका जिन किया धर्म हेत साका जिन किया शीस दिया पर सिर ना दिया। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਪਾਵਨ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਪਾਵਨ ਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੋ ਕਿ NH ਹਾਈਵੇ ਦੇ ਕੋਲ ਸਥਿਤ ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਵਿੱਚ ਸ਼ਹਾਦਤ ਦਿੱਤੀ, ਉਸ ਤੋਂ ਉਪਰੰਤ ਭਾਈ ਜੈਤਾ ਜੀ ਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ੀਸ਼ ਨੂੰ ਲੈ ਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤਰਾਵੜੀ ਵਿਖੇ ਆਏ। ਇਹ ਜੋ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਪਾਵਨ ਸਥਾਨ ਭਾਈ ਦੇਵਾ ਰਾਮ ਜੀ ਦੇ ਨਾਲ ਜੁੜਿਆ ਹੋਇਆ ਹੈ। ਭਾਈ ਦੇਵਾ ਰਾਮ ਜੀ ਜੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਨੰਨ ਭਗਤ ਸਨ, ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਨਿਰੰਤਰ ਇਹ ਬੇਨਤੀਆਂ ਕਰ ਰਹੇ ਸਨ, ਸਤਿਗੁਰ ਮਹਾਰਾਜ ਤੁਸੀਂ ਕਦੇ ਵੀ ਇਸ ਦਿਸ਼ਾ ਦੇ ਵਿੱਚ ਆਓ ਤੇ ਮੇਰੇ ਘਰ ਆ ਕੇ ਮੈਨੂੰ ਦਰਸ਼ਨ ਜ਼ਰੂਰ ਦੇਣੇ। ਇਸ ਤਰੀਕੇ ਨਾਲ ਗੁਰੂ ਸਾਹਿਬ ਮਹਾਰਾਜ ਉਹਨਾਂ ਦੀਆਂ ਬੇਨਤੀਆਂ ਨੂੰ ਸਵੀਕਾਰ ਕਰਦੇ ਹੋਏ ਕਈ ਵਾਰੀ ਮਹਾਰਾਜ ਜੀ ਹਰਿਆਣੇ ਦੇ ਵਿੱਚ 2-3 ਵਾਰੀ ਇਸ ਇਲਾਕੇ ਵਿੱਚ ਆਏ, ਪਰੰਤੂ ਉਹਨਾਂ ਦੇ ਘਰ ਉਹਨਾਂ ਨੂੰ ਦਰਸ਼ਨ ਨਾ ਦਿੱਤੇ ਗਏ। ਫਿਰ ਨਿਰੰਤਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ, ਇਹ ਜੋ ਪੁਰਾਣਾ ਜੋ ਸਥਾਨ ਸੀ ਜਾਂ ਪੁਰਾਣਾ ਜੋ ਸਾਡਾ ਨੈਸ਼ਨਲ ਹਾਈਵੇ ਹੈ, ਉਹਦੇ ਉੱਤੇ ਸਥਿਤ ਹੈ। ਇਹਦੇ ਨਾਲ ਹੀ ਇੱਕ ਸਰਾਂ ਹੈ ਪ੍ਰਿਥਵੀ ਰਾਜ ਚੌਹਾਨ ਦੀ, ਜੋ ਕਿ 1194 ਦੀ ਬਣੀ ਹੋਈ ਹੈ। ਸੋ ਇੱਥੋਂ ਆਮ ਕਰਕੇ ਸੰਗਤ ਲੰਘਦੀ ਹੁੰਦੀ ਸੀ, ਸਿੱਖ ਲੰਘਦੇ ਹੁੰਦੇ ਸਨ। ਉਹ ਸਿੱਖ ਅਕਸਰ ਭਾਈ ਦੇਵਾ ਰਾਮ ਉਹਨਾਂ ਅੱਗੇ ਬੇਨਤੀਆਂ ਕਰਦਾ ਸੀ, ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਜਦੋਂ ਵੀ ਗਏ ਹਨ, ਮੇਰੇ ਘਰ ਉਹਨਾਂ ਦਰਸ਼ਨ ਨਹੀਂ ਦਿੱਤੇ। ਜਿਸ ਦਿਨ ਭਾਈ ਜੇਤਾ ਜੀ ਇੱਥੇ ਆਏ ਹਨ, ਭਾਈ ਜੇਤਾ ਜੀ ਬਾਹਰ, ਕਿਉਂਕਿ ਭਾਈ ਦੇਵਾ ਰਾਮ ਜੀ ਦਾ ਕੰਮ ਧੋਬੀ ਦਾ ਕੰਮ ਸੀ, ਉਹ ਬਾਹਰ ਇੱਕ ਤਲਾਬ ਹੈ ਉੱਥੇ ਬੈਠ ਕੇ ਕੱਪੜੇ ਧੋਇਆ ਕਰਦੇ ਸਨ। ਕਹਿੰਦੇ ਹਨ ਉਹ ਕੱਪੜੇ ਧੋ ਕੇ ਆਪਣੇ ਘਰ ਨੂੰ ਵਾਪਸ ਪਰਤ ਰਹੇ ਸਨ। ਭਾਈ ਜੇਤਾ ਜੀ ਦੀ ਉਹਨਾਂ ਦੇ ਨਾਲ ਮਿਲਣੀ ਹੁੰਦੀ ਹੈ। ਭਾਈ ਜੇਤਾ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਗੁਰੂ ਨਾਨਕ ਨੂੰ ਜਾਣਦੇ ਹੋ, ਗੁਰੂ ਤੇਗ ਬਹਾਦਰ ਨੂੰ ਜਾਣਦੇ ਹੋ? ਹਾਂ, ਕਹਿੰਦਾ ਮੈਂ ਜਾਣਦਾ ਹਾਂ, ਪਰ ਗੁਰੂ ਜੀ ਨੇ ਮੈਨੂੰ ਦਰਸ਼ਨ ਦੀਦਾਰੇ ਨਹੀਂ ਬਖਸ਼ੇ ਮੇਰੇ ਘਰ ਆ ਕੇ। ਭਾਈ ਜੇਤਾ ਜੀ ਨੇ ਕਿਹਾ ਅਸੀਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਿੱਖ ਹਾਂ, ਤੁਸੀਂ ਸਾਨੂੰ ਆਪਣੇ ਘਰ ਲੈ ਚੱਲੋ। ਭਾਈ ਦੇਵਾ ਰਾਮ ਜੀ ਉਹਨਾਂ ਨੂੰ ਆਪਣੇ ਘਰ ਲੈ ਕੇ ਆਏ, ਜਿੱਥੇ ਕਿ ਇਹ ਸਥਾਨ ਸੁਸ਼ੋਭਿਤ ਹੈ, ਉੱਥੇ ਲੈ ਕੇ ਆਏ। ਭਾਈ ਦੇਵਾ ਰਾਮ ਜੀ ਨੇ ਮਹਾਰਾਜ ਜੀ ਲਈ ਇੱਕ ਸੁੰਦਰ ਮੰਜੀ ਔਰ ਇੱਕ ਪੋਸ਼ਾਕ ਵੀ ਤਿਆਰ ਕੀਤੀ ਹੋਈ ਸੀ, ਇੱਕ ਦੁਸ਼ਾਲਾ ਤਿਆਰ ਕੀਤਾ ਹੋਇਆ ਸੀ। ਭਾਈ ਜੇਤਾ ਜੀ ਦਾ ਜਿਹੜਾ ਸਵਰੂਪ ਉਹਨਾਂ ਨੇ ਕੱਪੜੇ ਵੇਚਣ ਵਾਲਾ ਬਣਾਇਆ ਹੋਇਆ ਸੀ, ਔਰ ਕੱਪੜਿਆਂ ਦੇ ਵਿੱਚ ਹੀ ਲਪੇਟ ਕਰਕੇ ਗੁਰੂ ਮਹਾਰਾਜ ਜੀ ਦਾ ਸੀਸ ਸੁਸ਼ੋਭਿਤ ਕੀਤਾ ਹੋਇਆ ਸੀ। ਸੋ ਭਾਈ ਦੇਵਾ ਰਾਮ ਜੀ ਜਦੋਂ ਆਪਣੇ ਘਰ ਵਿੱਚ ਲੈ ਕੇ ਆਏ, ਭਾਈ ਜੇਤਾ ਜੀ ਨੂੰ ਭਾਈ ਦੇਵਾ ਰਾਮ ਜੀ ਕਹਿਣ ਲੱਗੇ, ਸਤਿਗੁਰੂ ਮਹਾਰਾਜ ਨੂੰ ਮੈਂ ਜਾਣਦਾ ਤੇ ਜ਼ਰੂਰ ਹਾਂ, ਪਰ ਉਹਨਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਨਾ ਕਰਕੇ ਮੈਨੂੰ ਦਰਸ਼ਨ ਉਪਲਬਧ ਨਹੀਂ ਕਰਾਏ। ਉਹ ਸ਼ਾਇਦ ਗੁਰੂ ਸਾਹਿਬ ਜੀ ਮੈਨੂੰ ਭੁੱਲ ਗਏ ਹਨ। ਭਾਈ ਜੇਤਾ ਜੀ ਕਹਿਣ ਲੱਗੇ, ਨਹੀਂ ਐਸੀ ਗੱਲ ਨਹੀਂ, ਗੁਰੂ ਮਹਾਰਾਜ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਭਾਈ ਜੇਤਾ ਜੀ ਨੇ ਜਿਵੇਂ ਹੀ ਸ਼ੀਸ਼ ਨੂੰ ਕੱਪੜਿਆਂ ਦੇ ਵਿੱਚ ਲਪੇਟਿਆ ਹੋਇਆ ਸੀ, ਇਸ ਦੇ ਉੱਤੇ ਅੱਡ-ਅੱਡ ਇਤਿਹਾਸਕਾਰਾਂ ਦਾ ਅੱਡ-ਅੱਡ ਮਤ ਹੈ, ਪਰੰਤੂ ਬਹੁਤੇ ਇਤਿਹਾਸਕਾਰ ਇਸ ਗੱਲ ਦੇ ਨਾਲ ਸਹਿਮਤੀ ਪ੍ਰਗਟ ਕਰਦੇ ਹਨ। ਭਾਈ ਜੇਤਾ ਜੀ ਨੇ ਜਿਵੇਂ ਹੀ ਕੱਪੜਿਆਂ ਨੂੰ ਹੌਲੀ-ਹੌਲੀ ਕਰਕੇ ਖੋਲ੍ਹਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਜਿਹੜੇ ਦਰਸ਼ਨ ਹਨ ਭਾਈ ਦੇਵਾ ਰਾਮ ਜੀ ਨੂੰ ਕਰਾਏ। ਭਾਈ ਦੇਵਾ ਰਾਮ ਜੀ ਨੂੰ ਕਹਿਣ ਲੱਗੇ, ਦੇਵਾ ਰਾਮ ਤੂੰ ਤੇ ਕਹਿ ਰਿਹਾ ਸੀ ਗੁਰੂ ਮੈਨੂੰ ਭੁੱਲ ਗਿਆ ਹੈ, ਆਹ ਵੇਖ ਗੁਰੂ ਤੇ ਆਪਣਾ ਸੀਸ ਲਵਾ ਕੇ ਵੀ ਆਪਣੇ ਸਿੱਖ ਨੂੰ ਨਹੀਂ ਭੁੱਲਦਾ। ਗੁਰੂ ਸਾਹਿਬ ਮਹਾਰਾਜ ਤੈਨੂੰ ਦਰਸ਼ਨ ਦੇਣ ਦੇ ਲਈ ਤੇਰੇ ਘਰ ਹੀ ਆ ਗਏ ਹਨ। ਭਾਈ ਦੇਵਾ ਰਾਮ ਜੀ ਬੜੇ ਹੀ ਸੱਜਲ ਨੇਤਰਾਂ ਦੇ ਨਾਲ, ਉਹਨਾਂ ਦੇ ਅੱਖਾਂ ਦੇ ਵਿੱਚੋਂ ਵਿਰਾਗ ਦਾ ਜਲ ਵਹਿ ਤੁਰਿਆ। ਉਹਨਾਂ ਦੀ ਘਰ ਦੀ ਅਤੇ ਉਹ ਦੋਵੇਂ ਹੀ ਸੱਜਲ ਨੇਤਰਾਂ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਪ੍ਰਣਾਮ ਕਰਦੇ ਹਨ ਔਰ ਕਹਿੰਦੇ ਹਨ, ਇਤਿਹਾਸਕਾਰ ਦੱਸਦੇ ਹਨ, ਐਸੀ ਘਟਨਾ ਵਾਪਰੀ, ਉਹਨਾਂ ਨੇ ਇੱਕ ਡੰਡੇ ਦੇ ਉੱਤੇ ਕੱਪੜੇ ਨੂੰ ਬੰਨ੍ਹ ਕੇ ਸਾਰੀ ਰਾਤ ਹੀ ਗੁਰੂ ਸਾਹਿਬ ਜੀ ਨੂੰ ਚੌਰ ਸਾਹਿਬ ਦੀ ਸੇਵਾ ਕਰਦੇ ਰਹੇ ਔਰ ਨਾਲ ਇਹ ਪਹਿਰਾ ਦਿੱਤਾ ਔਰ ਅੰਤ ਨੂੰ ਸਵੇਰੇ ਭਾਈ ਜੇਤਾ ਜੀ ਸੀਸ ਨੂੰ ਲੈ ਕੇ ਇਸ ਗੁਰਦੁਆਰਾ ਸਾਹਿਬ ਤੋਂ ਅਗਲੇ ਮੁਕਾਮ ਦੇ ਲਈ ਰਵਾਨਾ ਹੋ ਗਏ। ਸੋ ਸਤ ਸੰਗਤ ਜੀ, ਇਹ ਜਿਹੜਾ ਸਥਾਨ ਹੈ ਥੱਲੇ ਭੋਰਾ ਸਾਹਿਬ ਸੁਸ਼ੋਭਿਤ ਹੈ, ਉੱਥੇ ਅੱਜ ਵੀ ਨਿਸ਼ਾਨੀ ਦੇ ਤੌਰ ਤੇ ਉਹ ਸਥਾਨ ਵੀ ਹੈ
ਜਿੱਥੇ ਗੁਰੂ ਮਹਾਰਾਜ ਜੀ ਦਾ ਪਾਵਨ ਸੀਸ ਭਾਈ ਜੇਤਾ ਜੀ ਨੇ ਸਥਾਪਿਤ ਕੀਤਾ ਸੀ। ਭਾਈ ਜੇਤਾ ਜੀ ਨੇ ਉਹ ਪਾਵਨ ਸੀਸ ਨੂੰ ਜਿੱਥੇ ਰਾਤ ਨੂੰ ਟਿਕਾਇਆ ਸੀ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਦਾ ਇਹ ਪਾਵਨ ਸਥਾਨ ਬੜਾ ਹੀ ਇਤਿਹਾਸਿਕ ਔਰ ਬੜਾ ਹੀ ਮਨਮੋਹਕ ਹੈ ਔਰ ਇਹ ਅੱਜ ਵੀ ਗਵਾਹੀ ਭਰਦਾ ਹੈ। ਜਦੋਂ ਵੀ ਇੱਕ ਸਿੱਖ ਆਪਣੇ ਗੁਰੂ ਨੂੰ ਆਪਣੀ ਪੁਕਾਰ ਦੇ ਨਾਲ ਯਾਦ ਕਰਦਾ ਹੈ, ਗੁਰੂ ਹਰੇਕ ਚੀਜ਼ ਨੂੰ ਵੇਖਦਾ ਹੋਇਆ ਉਹਨੂੰ ਦਰਸ਼ਨ ਦੇਣ ਲਈ ਪਹੁੰਚ ਜਾਂਦਾ ਹੈ। ਸੋ ਸਤ ਸੰਗੀ ਜਨੋ, ਇਹ ਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅੱਜ ਵੀ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਦਰਸ਼ਨ ਕਰਦੀਆਂ ਹਨ। ਇਸ ਗੁਰਦੁਆਰਾ ਸਾਹਿਬ ਵਿੱਚ ਪੰਚਮੀ ਦਾ ਜੋ ਦਿਹਾੜਾ ਹੈ ਬੜੇ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ, ਜਿਸ ਦੇ ਵਿੱਚ ਹਜ਼ਾਰਾਂ ਲੱਖਾਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ, ਉਹਨਾਂ ਦੇ ਪਾਵਨ ਉਸ ਸਥਾਨ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗਾ ਮਾਣਮੱਤਾ ਮਹਿਸੂਸ ਕਰਦੀਆਂ ਹਨ। ਔਰ ਮੈਂ ਬੇਨਤੀ ਕਰਾਂਗਾ, ਜਿਹੜੀਆਂ ਸੰਗਤਾਂ ਪੰਜਾਬ ਤੋਂ ਦਿੱਲੀ ਨੂੰ ਜਾਂਦੀਆਂ ਹਨ, ਉਹ ਕੁਰੂਕਸ਼ੇਤਰ ਤੋਂ ਜਦੋਂ ਆਪਾਂ ਅੱਗੇ ਆਈਦਾ ਹੈ ਨੀਲੋ ਖੇੜੀ, ਸੰਗਤਾਂ ਜਦੋਂ ਨੀਲੋ ਖੇੜੀ ਤੋਂ ਤਰਾਵੜੀ ਤੋਂ ਥੱਲੇ ਪੁਲ ਤੋਂ ਮੇਨ ਹਾਈਵੇ ਤੋਂ ਥੱਲੇ ਉਤਰ ਕੇ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਇਹ ਜਿਹੜਾ ਸਥਾਨ ਸਥਿਤ ਹੈ, ਆਪ ਜੀ ਉੱਥੇ ਦਰਸ਼ਨ ਕਰ ਸਕਦੇ ਹੋ। ਰਿਹਾਇਸ਼ ਦਾ ਪ੍ਰਬੰਧ ਔਰ ਸੰਗਤਾਂ ਦੇ ਰਹਿਣ ਲਈ ਰਾਤ ਦਾ ਪ੍ਰਬੰਧ, ਲੰਗਰ ਪਾਣੀ ਦਾ ਪ੍ਰਬੰਧ ਇੱਥੇ ਕੀਤਾ ਜਾਂਦਾ ਹੈ ਪ੍ਰਬੰਧਕ ਕਮੇਟੀ ਵੱਲੋਂ। ਨਾਲ ਹੀ ਜਿਹੜੀਆਂ ਸੰਗਤਾਂ ਦਿੱਲੀ ਤੋਂ ਆਉਂਦੀਆਂ ਹਨ, ਉਹ ਕਰਨਾਲ ਤੋਂ ਅੱਗੇ ਆ ਕੇ ਤਰਾਵੜੀ ਕਸਬਾ ਆਉਂਦਾ ਹੈ, ਉੱਥੋਂ ਜੋ ਮੇਨ ਹਾਈਵੇ ਹੈ ਉੱਥੋਂ ਥੱਲੇ ਉਤਰ ਕੇ 1.5 ਕਿਲੋਮੀਟਰ ਦੀ ਦੂਰੀ ਤੇ ਇਹ ਸਥਾਨ ਮੇਨ ਰੋਡ ਦੇ ਉੱਤੇ ਹੀ ਸਥਿਤ ਹੈ। ਆਪ ਜੀ ਦਰਸ਼ਨ ਕਰ ਸਕਦੇ ਹੋ। ਸੰਗਤਾਂ ਦੇ ਰਹਿਣ ਲਈ ਰਹਾਇਸ਼ ਦਾ ਪ੍ਰਬੰਧ, ਲੰਗਰ ਦਾ, ਗੁਰੂ ਕਾ ਲੰਗਰ 24 ਘੰਟੇ ਇੱਥੇ ਉਪਲਬਧ ਹੁੰਦਾ ਹੈ। ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਸਨ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ, ਜੋ ਕਿ ਗੁਰਦੁਆਰਾ ਸੀਸਗੰਜ ਸਾਹਿਬ ਪਾਤਸ਼ਾਹੀ ਨੌਵੀਂ ਤਰਾਵੜੀ ਵਿਖੇ ਬੜੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ। ਤੁਸੀਂ ਦਰਸ਼ਨ ਵੀ ਕੀਤੇ ਨੇ ਗੁਰੂ ਘਰ ਦੇ। ਸੱਚਮੁੱਚ ਬੜੀ ਹੈਰਾਨਗੀ ਹੁੰਦੀ ਹੈ ਕਿ ਸਾਡੇ ਇਤਿਹਾਸ ਦੇ ਵਰਕਿਆਂ ਦੇ ਵਿੱਚ ਇਹੋ ਜਿਹੇ ਗੁਰੂ ਘਰ ਸਥਾਪਿਤ ਨੇ। ਉਹ ਪਾਵਨ ਪਵਿੱਤਰ ਸਥਾਨ ਨੇ ਜਿੱਥੇ ਗੁਰੂ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ। ਅਗਲੇ ਪੜਾਅ ਵਿੱਚ ਮੁਲਾਕਾਤ ਹੋਵੇਗੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰਦੁਆਰਾ ਸੀਸਗੰਜ ਸਾਹਿਬ, ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸਿਰ ਨਾ ਦਿਆ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦਗੀ ਤੋਂ ਸ਼ਹਾਦਤ ਤੱਕ ਦੇ ਇਸ ਖਾਸ ਸਫ਼ਰ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਸਫ਼ਰ ਗੁਰੂ ਕਾ ਮਹਿਲ ਬਾਬਾ ਬਕਾਲਾ ਸਾਹਿਬ, ਗੁਰਦੁਆਰਾ ਦੁਖਨਿਵਾਰਨ ਸਾਹਿਬ, ਗੁਰੂ ਕਾ ਤਾਲ ਆਗਰਾ, ਗੁਰਦੁਆਰਾ ਸੀਸਗੰਜ ਦਿੱਲੀ, ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਤੋਂ ਹੁੰਦਾ ਹੋਇਆ ਅੰਤਮ ਪੜਾਅ ਤੇ ਪਹੁੰਚੇ ਹਾਂ। ਜੀ ਹਾਂ, ਉਹ ਅੰਤਮ ਪੜਾਅ ਮੈਂ ਤਾਂ ਆਖਿਆ ਕਿਉਂਕਿ ਉਹ ਪਾਵਨ ਪਵਿੱਤਰ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ, ਭਾਵ ਗੁਰਦੁਆਰਾ ਸੀਸਗੰਜ ਸਾਹਿਬ। ਜੀ ਹਾਂ, ਤੁਸੀਂ ਦਰਸ਼ਨ ਕਰ ਰਹੇ ਹੋ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ। ਉਹ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿਸ ਧਰਤੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਖਰੀਦਿਆ ਸੀ, ਆਪ ਇਹ ਧਰਤੀ ਵਸਾਈ ਸੀ, ਆਪ ਇਹ ਸਥਾਨ ਬਣਾਇਆ ਸੀ। ਅਤੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਧਰਤੀ ਉੱਪਰ ਤਖਤ ਸ਼੍ਰੀ ਕੇਸਗੜ੍ਹ ਦੇ ਸਥਾਨ ਤੇ ਖੰਡੇ ਬਾਟੇ ਦੀ ਪੋਲ ਚਕਾ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਜੰਜੂ ਰਾਖਾ ਪ੍ਰਭ ਤਾਂਕਾ,
तिलक जंजू राखा प्रभुतांका कीनो बटो कलू मैं साका कीनो बटो कलू मैं साका धर्म हेत साका जिन किया धर्म हेत साका जिन किया शीस दिया पर सिर ना दिया शीस दिया पर सिर ना दिया। ਗੁਰੂ ਪਿਆਰੀ ਸਾਧ ਸੰਗਤ ਜੀਓ, ਪਾਵਨ ਪਵਿੱਤਰ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਇਹ ਪਾਵਨ ਸਥਾਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਪਣੀ ਖਰੀਦੀ ਹੋਈ ਧਰਤੀ ਹੈ, ਜੋ ਕਿ ਪਹਾੜੀ ਰਾਜਿਆਂ ਦੇ ਕੋਲੋਂ ਪਿੰਡ ਮਾਖੇਵਾਲ ਦੀ ਜ਼ਮੀਨ ਖਰੀਦ ਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਥੇ ਨਗਰ ਵਸਾਇਆ ਸੀਗਾ। ਇਸ ਨਗਰ ਦਾ ਨਾਂ ਚੱਕ ਨਾਨਕੀ ਰੱਖਿਆ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਾਤਾ ਜੀ ਸਨ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮਹਿਲ। ਸੋ ਇਸ ਪਾਵਨ ਸਥਾਨ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵਸਾਇਆ ਹੈ। ਤੇ ਜਿਸ ਵਕਤ ਗੁਰੂ ਪਾਤਸ਼ਾਹ ਜੀ ਆਪਣੇ ਪ੍ਰਚਾਰਕ ਦੌਰੇ ਦੌਰਾਨ ਤੇ ਉਸ ਤੋਂ ਬਾਅਦ ਤੇ ਗੁਰੂ ਪਾਤਸ਼ਾਹ ਪ੍ਰਚਾਰਕ ਦੌਰਾ ਭਰਮਣ ਕਰਦਿਆਂ ਤੇ ਦੁਬਾਰਾ ਫੇਰ ਗੁਰੂ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਨੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇੱਥੋਂ ਚਲੇ ਜਾਣ ਤੋਂ ਬਾਅਦ ਤੇ ਗੁਰੂ ਸਾਹਿਬ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੁਬਾਰਾ 9 ਸਾਲ ਦੀ ਉਮਰ ਦੇ ਵਿੱਚ ਜਦੋਂ ਇਸ ਸਥਾਨ ਤੇ ਆਏ ਨੇ, ਉਹਨਾਂ ਨੇ ਇਸ ਨਗਰ ਨੂੰ ਜੋ ਪਹਿਲਾਂ ਕਿ ਵਿਛੜ ਚੁੱਕਾ ਸੀ ਦੁਬਾਰਾ ਫਿਰ ਗੁਰੂ ਸਾਹਿਬ ਜੀ ਨੇ ਵਸਾਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਔਰ 1699 ਦੀ 30 ਮਾਰਚ ਦੀ ਵਿਸਾਖੀ, ਜਿਸ ਦਿਨ ਗੁਰੂ ਪਾਤਸ਼ਾਹ ਜੀ ਨੇ ਇਸ ਅਸਥਾਨ ਤੇ ਜਿੱਥੇ ਅਸੀਂ ਦਰਸ਼ਨ ਕਰ ਰਹੇ ਹਾਂ ਕੇਸਗੜ੍ਹ ਸਾਹਿਬ, ਇੱਥੇ ਗੁਰੂ ਪਾਤਸ਼ਾਹ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ, ਜਿੱਥੇ ਪਹਿਲੀਆਂ 9 ਪਾਤਸ਼ਾਹੀਆਂ ਤੱਕ ਖੰਡੇ ਬਾਟੇ ਦੀ ਪਹੁਲ ਦੀ ਥਾਂ ਤੇ ਪਹਿਲਾਂ ਚਰਨ ਪਹੁਲ ਦਿੱਤੀ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਥੇ ਖਾਲਸੇ ਦੀ ਸਿਰਜਣਾ ਕਰਦਿਆਂ ਅੰਮ੍ਰਿਤ ਦੀ ਦਾਤ ਦੇ ਕੇ 5 ਪਿਆਰਿਆਂ ਦੀ ਚੋਣ ਕੀਤੀ ਹੈ ਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਪਾਤਸ਼ਾਹ ਜੀ ਨੇ ਆਪ ਵੀ ਉਹਨਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਦੇ ਮਹਾਂਵਾਕ ਅਨੁਸਾਰ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹਨ। ਤੇ ਗੁਰੂ ਪਾਤਸ਼ਾਹ ਜੀ ਨੇ ਇਹ ਜਿਹੜਾ ਸਥਾਨ ਵਸਾਇਆ ਹੈ, ਇਸ ਦਾ ਨਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਸੇ ਕਰਕੇ ਰੱਖਿਆ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸਥਾਨ ਤੇ ਸਾਨੂੰ ਕੇਸਾਂ ਦੀ ਦਾਤ ਦਿੱਤੀ ਹੈ। ਸਾਰੀ ਕੌਮ ਨੂੰ ਗੁਰੂ ਪਾਤਸ਼ਾਹ ਜੀ ਨੇ ਇੱਥੋਂ ਇਹ ਹੁਕਮ ਕੀਤਾ ਸੀਗਾ ਤੇ ਸਾਰੇ ਸਾਬਤ ਸੂਰਤ ਦਸਤਾਰ ਸਿਰਾ ਹੋਣ ਵਾਸਤੇ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਥੇ ਰਹਿ ਕੇ ਕਈ ਜੰਗਾਂ ਲੜੀਆਂ, ਜੋ ਪਹਾੜੀ ਰਾਜਿਆਂ ਦੇ ਖਿਲਾਫ ਵੀ ਲੜੀਆਂ ਗਈਆਂ। ਤੇ ਜਿਹੜੀ ਆਖਰੀ ਜੰਗ ਜਿਹੜੀ ਹੈ 1704 ਦੇ ਵਿੱਚ, ਜਿਹੜੀ ਕਿਲ੍ਹੇ ਆਨੰਦਗੜ੍ਹ ਦੇ ਵਿੱਚ 6 ਮਹੀਨੇ ਦਾ ਸਮਾਂ ਗੁਰੂ ਪਾਤਸ਼ਾਹ ਕੇਵਲ 40 ਸਿੰਘਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਇੱਥੇ ਔਰੰਗਜ਼ੇਬ ਦੀਆਂ 10 ਲੱਖ ਫੌਜਾਂ ਦਾ ਮੁਕਾਬਲਾ ਕੀਤਾ ਹੈ। ਤੇ ਇਹ ਪਾਵਨ ਸਥਾਨ ਜਿਹੜਾ ਹੈਗਾ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਇੱਥੋਂ ਗੁਰੂ ਪਾਤਸ਼ਾਹ ਜੀ ਨੇ ਉਸ ਵਕਤ ਜਿਹੜੇ ਹੈਗੇ ਆ ਤੇ ਪਹਾੜੀ ਰਾਜਿਆਂ ਦੇ ਨਾਲ, ਔਰੰਗਜ਼ੇਬ ਦੀਆਂ ਫੌਜਾਂ ਦੇ ਨਾਲ ਲੜਨ ਵਾਸਤੇ ਤੇ 5 ਕਿਲ੍ਹਿਆਂ ਦੀ ਸਾਜਨਾ ਕੀਤੀ ਹੈ। ਤੇ ਜੋ ਉਹਨਾਂ 5 ਕਿਲ੍ਹੇ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਹੈ ਕਿਲ੍ਹਾ ਜਿਹੜਾ ਹੈਗਾ ਆਨੰਦਗੜ੍ਹ ਸਾਹਿਬ ਹੈ, ਜੋ ਆਨੰਦਪੁਰ ਸਾਹਿਬ ਦੇ ਵਿੱਚ ਹੈ। ਤਾਰਾਗੜ੍ਹ ਪਹਾੜ ਦੀ ਸਾਈਡ ਆ। ਤੋਂ ਕਿਲ੍ਹਾ ਫਤਿਹਗੜ੍ਹ ਸਾਹਿਬ ਜੋ ਗੁਰਦੁਆਰਾ ਸੀਸਗੰਜ ਤੋਂ ਬਿਲਕੁਲ ਥੋੜ੍ਹੀ ਨਜ਼ਦੀਕ ਹੀ ਹੈ। ਤੇ ਇੱਕ ਗੜਸ਼ੰਕਰ ਰੋਡ ਤੇ ਕਿਲ੍ਹਾ ਹੋਲਗੜ੍ਹ ਹੈ ਤੇ ਇੱਕ ਲੋਧੀਪੁਰ ਨਗਰ ਦੇ ਵਿੱਚ ਫਾਟਕ ਦੇ ਬਿਲਕੁਲ ਨੇੜੇ ਹੀ 1 ਕਿਲੋਮੀਟਰ ਦੇ ਕਰੀਬ ਉਹ ਕਿਲ੍ਹਾ ਲੋਹਗੜ੍ਹ ਹੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਪਾਵਨ ਸਥਾਨਾਂ ਦੀ ਜਿਹੜੀ ਹੈਗੀ ਹੈ ਸਿਰਜਣਾ ਵੀ ਕੀਤੀ। ਗੁਰੂ ਪਾਤਸ਼ਾਹ ਜੀ ਦਾ ਇਹ ਪਾਵਨ ਸਥਾਨ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ, ਜਿਹੜਾ ਸੰਖੇਪ ਦੇ ਵਿੱਚ ਆਪ ਜੀ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਇਆ ਹੈ। धर्म हेत साका जिन किया धर्म हेत साका जिन किया शीस दिया पर सिर ना दिया शीस दिया पर
ਪਰ ਸਿਰ ਨਾ ਦਿਆ। ਤੇਗ ਬਹਾਦਰ ਸਿਮਰਿਐ ਘਰ ਨੋ ਨਿਤ ਆਵੈ ਧਾਏ ਸਭ ਥਾਈ ਹੋਏ ਸਾਏ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੱਜ ਕੇ ਸਿੱਖ ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ ਨੇ, ਪਰ ਜਿਹੜੀਆਂ ਸੰਗਤਾਂ ਰਹਿ ਗਈਆਂ ਉਹਨਾਂ ਨੇ ਕੇਵਲ ਸੀਸ ਦੇ ਦੀਦਾਰ ਕੀਤੇ ਨੇ, ਭਾਵ ਗੁਰੂ ਸਾਹਿਬ ਨੇ ਆਪਣੇ ਸੀਸ ਦੇ ਰਾਹੀਂ ਉਹਨਾਂ ਨੂੰ ਦਰਸ਼ਨ ਦੀਦਾਰ ਕਰਾਏ ਨੇ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਕੇਵਲ ਗੁਰੂ ਸਾਹਿਬ ਦਾ ਸੀਸ ਹੀ ਪਹੁੰਚਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੂਰੇ ਪਰਿਵਾਰ ਨਾਲ ਮਿਲ ਕੇ ਇਸ ਥਾਂ ਤੇ ਅਗਿੱਠਾ ਸਾਹਿਬ ਤਿਆਰ ਕੀਤਾ ਗਿਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਇਸੇ ਪਾਵਨ ਪਵਿੱਤਰ ਸਥਾਨ ਤੇ ਕੀਤਾ ਗਿਆ। ਸਾਧਨ ਖੇਤ ਇਤੇ ਜਿਨ ਕਰੀ, ਸਾਧਨ ਖੇਤ ਇਤੇ ਜਿਨ ਕਰੀ, ਸੀਸ ਦਿਆ ਪਰ ਸੀਨਾ ਉਚਰੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਪਾਵਨ ਸਥਾਨ ਹੈ, ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ। ਜਦੋਂ ਭਾਈ ਸਾਹਿਬ ਭਾਈ ਜੈਤਾ ਜੀ, ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲੈ ਕੇ, ਜਿਨ੍ਹਾਂ ਦਾ ਨਾਮ ਭਾਈ ਜੀਵਨ ਸਿੰਘ ਜੀ ਪਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦਿੱਲੀ ਤੋਂ ਸੀਸ ਲੈ ਕੇ ਇੱਥੇ ਪਹੁੰਚੇ ਨੇ। ਪਹਿਲਾਂ ਕੀਰਤਪੁਰ ਸਾਹਿਬ, ਜਿੱਥੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਸਥਾਨ ਹੈ, ਗੁਰਦੁਆਰਾ ਬਿਬਾਨਗੜ੍ਹ, ਉੱਥੇ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਪਹੁੰਚੇ ਤੇ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਜੀ, ਤੇ ਉਹਨਾਂ ਨੇ ਆ ਕੇ ਉੱਥੋਂ ਸੁਨੇਹਾ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੋਂ ਅਨੰਦਪੁਰ ਸਾਹਿਬ ਤੋਂ ਚੱਲ ਕੇ ਨਾਲ ਸੰਗਤਾਂ ਨੂੰ ਨਾਲ ਲੈ ਕੇ, ਸਤਿਗੁਰੂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਨੇ। ਕੀਰਤਪੁਰ ਸਾਹਿਬ ਤੋਂ ਗੁਰੂ ਸਾਹਿਬ ਜੀ ਦਾ ਸੀਸ ਅਨੰਦਪੁਰ ਸਾਹਿਬ ਲਿਆਂਦਾ ਗਿਆ ਸੰਗਤਾਂ ਦੇ ਵਿੱਚ, ਤੇ ਨਾਲ ਬਹੁਤ ਸਾਰੀਆਂ ਸੰਗਤਾਂ ਜਦੋਂ ਇੱਥੇ ਪਹੁੰਚੇ ਨੇ। ਇਹ ਉਹ ਪਾਵਨ ਸਥਾਨ ਹੈਗਾ ਜਿੱਥੇ ਲਿਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇੱਥੇ ਅੰਗੀਠਾ ਸਜਾਇਆ ਗਿਆ, ਸੰਸਕਾਰ ਕੀਤਾ ਗਿਆ। ਤੇ ਸੰਸਕਾਰ ਕਰਨ ਤੋਂ ਉਪਰੰਤ ਤੇ ਉਸੇ ਵਕਤ ਦੇ ਸਾਹਮਣੇ ਅਕਾਲ ਬੁੰਗਾ ਸਾਹਿਬ ਸਥਾਨ ਹੈਗਾ, ਜਿੱਥੇ ਗੁਰੂ ਪਾਤਸ਼ਾਹ ਜੀ ਨੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿੱਤੇ ਨੇ ਔਰ ਸੰਗਤ ਨੂੰ ਇੱਥੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਜੇ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਹੈਗਾ ਸਾਰੀ ਸੰਗਤ ਨੂੰ ਕਿ ਕਿਸ ਤਰ੍ਹਾਂ ਅਗਲੀ ਪਲੈਨਿੰਗ ਕੀ ਹੈ। ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਿਹੜਾ ਹੈਗਾ ਉਹਨਾਂ ਦੀ ਕੁਰਬਾਨੀ ਕਿਸ ਮਕਸਦ ਵਾਸਤੇ ਹੋਈ ਹੈ, ਤੇ ਉਸ ਤੋਂ ਬਾਅਦ ਸੰਗਤਾਂ ਨੂੰ ਨਾਲ ਇਹ ਵੀ ਪ੍ਰੇਰਿਤ ਕੀਤਾ ਹੈ ਕਿ ਅਸੀਂ ਨਿਮਰਤਾ ਵਿੱਚ ਰਹਿ ਕੇ ਧਰਮ ਦੀ ਗੱਲ ਕਰਦਿਆਂ, ਮਨੁੱਖਤਾ ਦੀ, ਇਨਸਾਨੀਅਤ ਦੀ ਗੱਲ ਕਰਦਿਆਂ, ਹਰ ਇੱਕ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਵਿਚਰਦਿਆਂ, ਜਿੱਥੇ ਜ਼ੁਲਮ ਦਾ ਵੀ ਟਾਕਰਾ ਕਰਨਾ ਹੈ ਤੇ ਹਰ ਤਰੀਕੇ ਵਰਤਣੇ ਨੇ, ਜਿਸ ਤਰ੍ਹਾਂ ਅਸੀਂ ਗੱਲਬਾਤ ਦੇ ਰਾਹੀਂ। ਤੇ ਉਸ ਤੋਂ ਬਾਅਦ ਜਦੋਂ ਕੋਈ ਦੁਸ਼ਮਣ ਤੇ ਜਦੋਂ ਕੋਈ ਜਾਬਰ ਕਿਸੇ ਵੀ ਤਰੀਕੇ ਦੇ ਨਾਲ ਬਾਜ ਨਾ ਆਵੇ, ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਚਨ ਉਚਾਰਨ ਇਸੇ ਸਥਾਨ ਤੇ ਕੀਤੇ ਸਨ, ਜਿਹਨੂੰ ਅਕਾਲ ਬੁੰਗਾ ਸਾਹਿਬ ਕਹਿੰਦੇ ਆ। ਤੇ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਆਮ ਕਰਕੇ ਤੇ ਜਦੋਂ ਵੀ ਕਿਸੇ ਸ਼ਖਸੀਅਤ ਦਾ ਸੰਸਕਾਰ ਹੁੰਦਾ ਹੈ, ਉਸ ਤੋਂ ਉਪਰੰਤ ਸੋਹਿਲਾ ਸਾਹਿਬ ਦਾ ਸਾਹਮਣੇ ਬੈਠ ਕੇ ਪਾਠ ਕੀਤਾ ਜਾਂਦਾ ਹੈ। ਇਹ ਗੁਰੂ ਸਾਹਿਬਾਂ ਦੀ ਚਲਾਈ ਹੋਈ ਮਰਿਆਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਥੇ ਸਾਹਮਣੇ ਅਕਾਲ ਬੁੰਗਾ ਵਾਲੇ ਸਥਾਨ ਤੇ ਬੈਠ ਕੇ ਉਹਨਾਂ ਨੇ ਇੱਥੇ ਗੁਰੂ ਸਾਹਿਬ ਜੀ ਦੇ ਸੰਸਕਾਰ ਤੋਂ ਉਪਰੰਤ ਸੰਗਤਾਂ ਨੂੰ ਉਪਦੇਸ਼ ਦਿੱਤੇ ਨੇ ਤੇ ਬਚਨ ਕੀਤੇ ਸਨ। ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਿਹਦਾ ਭਾਵ ਕਿ ਜਦੋਂ ਗੱਲਬਾਤ ਦੇ ਰਾਹੀਂ ਹਰ ਤਰੀਕਾ ਜਿਹੜਾ ਹੈਗਾ ਉਹ ਫੇਲ ਹੋ ਜਾਵੇ, ਨਿਸ਼ਕਾਮ ਹੋ ਜਾਵੇ, ਹਰ ਨਿਫਲ ਹੋ ਜਾਵੇ ਹਰ ਤਰੀਕਾ, ਤੇ ਉਸ ਤੋਂ ਬਾਅਦ ਤਲਵਾਰ ਦੇ ਮੁੱਠੇ ਨੂੰ ਹੱਥ ਪਾਣਾ ਜਾਇਜ਼ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਪਾਵਨ ਸਥਾਨ ਤੇ ਜਿਹੜੇ ਹੈਗੇ ਗੁਰੂ ਪਾਤਸ਼ਾਹ ਜੀ ਦਾ ਇਹ ਜਿਹੜਾ ਹੈਗਾ ਸੰਸਕਾਰ ਕਰਨ ਤੋਂ ਬਾਅਦ ਉਪਦੇਸ਼ ਦਿੱਤੇ ਸਨ। ਤੇ ਆਨੰਦਪੁਰ ਸਾਹਿਬ ਜਿਸ ਵਕਤ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਛੱਡਿਆ, ਤੇ ਇਹ ਆਨੰਦਪੁਰ ਸਾਹਿਬ ਦੇ ਇਸ ਸਥਾਨ ਤੇ ਭਾਈ ਗੁਰਬਖਸ਼ ਜੀ, ਜਿਨ੍ਹਾਂ ਦਾ ਨਾਂ ਸੀਗਾ ਗੁਰਸਿੱਖ, ਉਹਨਾਂ ਦੀ ਸੇਵਾ ਲਾਈ ਸੀ ਕਿ ਤੁਸੀਂ ਇਹ ਗੁਰੂ ਪਾਤਸ਼ਾਹ ਜੀ ਦੇ ਸਥਾਨ ਦੀ ਸੇਵਾ ਕਰਨੀ ਹੈ, ਇਹਦੀ ਦੇਖ ਰੇਖ ਕਰਨੀ ਹੈ, ਇਹਦੀ ਦੇਖਭਾਲ ਕਰਨੀ ਹੈ। ਔਰ ਜਦੋਂ
ਗੁਰੂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਛੱਡਿਆ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਤੇ ਉਸ ਵਕਤ ਇਹ ਸਾਰਾ ਅਨੰਦਪੁਰ ਤੁਰਕਾਂ ਨੇ ਢਾਹ ਦਿੱਤਾ ਸੀ। ਕੇਵਲ ਤੇ ਕੇਵਲ ਇੱਕੋ ਹੀ ਅਸਥਾਨ ਬਚਿਆ ਸੀਗਾ, ਇਹ ਅਸਥਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ। ਤੇ ਸੋ ਇਹ ਉਹ ਪਾਵਨ ਸਥਾਨ ਹੈ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ। सूरज किरण मिलै जल का जल हुआ राम, ज्योति ज्योत रली संपूर्ण थी आराम। गुरु की प्यारी साध संगत जीओ, ਤੁਸੀਂ ਦਰਸ਼ਨ ਕਰ ਰਹੇ ਸੀਗੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਸ੍ਰੀ ਅਨੰਦਪੁਰ ਸਾਹਿਬ ਜੀ ਦੇ। ਬੜੇ ਸੋਹਣੇ ਢੰਗ ਦੇ ਨਾਲ ਭਾਈ ਸਾਹਿਬ ਜੀ ਨੇ ਇਸ ਸਮੁੱਚੇ ਇਤਿਹਾਸ ਨੂੰ ਤੁਹਾਡੇ ਰੂਬਰੂ ਕੀਤਾ ਹੈ। ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੀਟੀਸੀ ਦੀ ਨਿਮਾਣੀ ਜੀ ਪੇਸ਼ਕਸ਼ ਬੰਦਗੀ ਤੋਂ ਸ਼ਹਾਦਤ ਤੱਕ ਦਾ ਸਫ਼ਰ, ਅੱਜ ਇਹ ਸਫ਼ਰ ਇੱਥੇ ਹੀ ਸੰਪੂਰਨ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪਣੀ ਰਹਿਮਤ ਬਖਸ਼ ਕੇ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਅਸੀਸਾਂ ਬਖਸ਼ ਕੇ ਨਿਵਾਜਿਆ। ਅਸੀਂ ਉਹਨਾਂ ਸਾਰੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਸਕੇ ਹਾਂ ਜਿਨ੍ਹਾਂ ਸਥਾਨਾਂ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਹਿਮਤਾਂ ਵਰਤਾਈਆਂ ਸਨ। ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਕੋਟਾਨਕੋਟ ਧੰਨਵਾਦ ਉਹਨਾਂ ਸੰਤ ਮਹਾਂਪੁਰਸ਼ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਇਸ ਸਫ਼ਰ ਵਿੱਚ ਸਾਡਾ ਤਹਿ ਦਿਲੋਂ ਸਾਥ ਦਿੱਤਾ। ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਸਾਡਾ ਇੱਕ ਨਿਮਾਣਾ ਜਿਹਾ ਯਤਨ ਸੀ, ਅਸੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹਨਾਂ ਸਥਾਨਾਂ ਨਾਲ ਆਉਣ ਵਾਲੇ ਬੱਚਿਆਂ ਨੂੰ ਜੋੜ ਸਕੀਏ, ਸਮੁੱਚੀ ਮਾਨਵਤਾ ਨੂੰ ਜੋੜ ਸਕੀਏ ਜੋ ਸਾਡੇ ਇਤਿਹਾਸ ਦਾ ਹਿੱਸਾ ਨੇ। ਹੁਣ ਮੈਨੂੰ ਦਿਓ ਆਗਿਆ, ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੀਸ ਦਿਆ ਅਰਸੀ ਨਾ ਉਤਰੀ, ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ।